तो जतन सानू ने वो खुदा ही सानू जतन दिंदा है कि असी उस आशीष ਨੂੰ ਪਾਉਣ ਦੇ ਲਈ सिर्फ ਅਸੀਂ खुदा ਦਾ कलाम पूरा करना। बोलो यीशु के नाम की जय, हालेलुया 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 हालेलुया। ਤੁਸੀਂ पन्ना नंबर ਕੱਢ ਦੋ अपना, आगे बढ़ांगे। ਅਤੇ ਪਾਪ ਤਾਂ ਸ਼ਰਾਂ ਦਾ ਉਲਟ ਹੈ। पाप ਤਾਂ ਸ਼ਰਾਂ ਦਾ ਉਲਟ ਹੀ ਹੈ। आगे ਤੁਸੀਂ ਜਾਣਦੇ ਹੋ ਜੋ ਇਸ ਲਈ ਪ੍ਰਗਟ ਹੋਇਆ ਤੁਸੀਂ ਜਾਣਦੇ ਹੋ ਕਿ ਪ੍ਰਭੂ ਯਿਸੂ ਮਸੀਹ ਇਸ ਲਈ ਪ੍ਰਗਟ ਹੋਇਆ ਕਿ ਉਹ ਪਾਪ ਦੇ ਕੰਮਾਂ ਨੂੰ ਨਸ਼ਟ ਕਰ ਦੇਵੇ। ਉਹਦੇ ਵਿੱਚ ਪਾਪ ਨਹੀਂ ਹੈ। ਯਿਸੂ ਵਿੱਚ ਕੋਈ ਪਾਪ ਨਹੀਂ ਹੈ। ਹਰ ਕੋਈ ਜੋ ਉਸ ਵਿੱਚ ਕਾਇਮ ਰਹਿੰਦਾ ਹੈ ਪਾਪ ਨਹੀਂ ਕਰਦਾ। ਹਰ ਇੱਕ ਜਿਹੜਾ ਯਿਸੂ ਵਿੱਚ ਕਾਇਮ ਰਹਿੰਦਾ ਹੈ ਪਾਪ ਨਹੀਂ ਕਰਦਾ। ਹਰ ਕੋਈ ਜਿਹੜਾ ਪਾਪ ਕਰਦਾ ਹੈ ਉਸਨੇ ਉਹਨੂੰ ਨਹੀਂ ਵੇਖਿਆ। ਜਿਹੜਾ ਕੋਈ ਪਾਪ ਕਰਦਾ ਉਹਨੇ ਖੁਦਾ ਨੂੰ ਦੇਖਿਆ ਨਹੀਂ। ਆਮੀਨ ਆਮੀਨ। ਨਾ ਉਹਨੂੰ ਜਾਣਿਆ। ਸੁਣੀਏ ਧਿਆਨ ਦੇ ਨਾਲ, ਜਿਨੇ ਰੱਬ ਨੂੰ ਦੇਖ ਲਿਆ ਨਾ ਜਾਂ ਰੱਬ ਨੂੰ ਪਾ ਲਿਆ ਉਹ ਪਾਪ ਨਹੀਂ ਕਰਦਾ। ਮੈਂ ਥੋੜਾ ਦੱਸਾਂਗਾ, ਖੜਾ ਹੋ ਜਾ ਰਿੰਕੂ ਜੀ। ਹਾਂ, ਯੂਸੁਫ ਦੀ ਸਟੋਰੀ ਨੂੰ ਦੇਖਿਆ। ਕਈ ਵਾਰੀ ਸਾਡੀ ਸਮੱਸਿਆ ਹੁੰਦੀ ਹੈ, ਸਾਨੂੰ ਥੋੜਾ ਸਾਡੀ ਕੋਈ ਸਮੱਸਿਆ ਹੁੰਦੀ ਹੈ ਤੇ ਅਸੀਂ ਕਹਿੰਦੇ ਆ ਵੀ ਬਦਲਾਅ ਕਰ ਲਈਏ ਤਾਂ ਕੋਈ ਪ੍ਰੋਬਲਮ ਨਹੀਂ ਹੈ। ਸਮੱਸਿਆ ਹੁੰਦੀ ਹੈ ਜੈਸੀ ਤੁਸੀਂ ਯੂਸੁਫ ਦੀ ਬੜੀ ਬਰੀਕੀ ਨਾਲ ਸਮੱਸਿਆ ਕਹਿੰਦੇ ਆ ਤੇ ਸਮੱਸਿਆ ਸਾਡੀ ਹੈ ਕੋਈ ਨਹੀਂ। ਹਾਂ, ਸਾਡੀ ਸੋਚ ਇਹੀ ਹੈ ਨਾ ਆਪਾਂ ਉੱਚੀ ਪਦਵੀ ਪ੍ਰਾਪਤ ਕਰਨੀ ਹੈ, ਆਪਾਂ ਕੋਈ ਉੱਚਾ ਰੁਤਬਾ ਲੈਣਾ ਹੈ ਜਾਂ ਅਸੀਂ ਕੋਈ ਮਤਲਬ ਕੋ ਵੱਡਾ ਰੁਤਬਾ ਪ੍ਰਾਪਤ ਕਰਨਾ, ਸੋਚ ਸਾਡੀ ਇਹ ਹੁੰਦੀ ਹੈ। ਮਤਲਬ ਸਾਡੀ ਸੋਚ ਕਿੰਨਾ ਤੱਕ ਹੁੰਦੀ ਬਣੇ ਦੱਸ ਸਕਦੇ ਕਿੰਨਾ ਤੱਕ ਸੋਚ ਹੁੰਦੀ ਬਣੇ? ਸਾਡੀ ਸੋਚ ਤਾਂ ਵੱਧਦੀ ਜਾਂਦੀ, ਇਸ ਤੱਕ ਕਹਿੰਦੇ ਵੀ ਕੋਈ ਤਗੜੀ ਪਦਵੀ ਤੇ ਆਈਏ। ਨਹੀਂ ਮਤਲਬ ਥੋੜਾ ਜਿਹਾ ਹਿਸਾਬ ਤੋਂ ਉੱਥੇ ਨਾ ਬੋਲੋ, ਥੋੜਾ ਹਿਸਾਬ ਨਾਲ ਬੋਲੋ ਨਾ। ਮਤਲਬ ਸੋਚ ਬੰਦੇ ਦੀ ਕਿ ਮੈਂ ਜੀ ਪੜ ਜਾਵਾਂ, ਮੈਂ ਜੀ ਨੌਕਰੀ ਲੈ ਲਵਾਂ, ਹਾਂ ਜੀ ਮੈਂ ਫਿਰ ਜੀ ਅਫਸਰ ਬਣ ਜਾਵਾਂ, ਫਿਰ ਮੈਂ ਜੀ ਵੱਧ ਤੋਂ ਵੱਧ ਬਾਹਰ ਚਲਾ ਜਾਵਾਂ। ਸਾਰੇ ਐਵੇਂ ਕਹਿੰਦੇ ਜਵਾਕਾਂ ਨੂੰ ਵੀ। ਅੱਛਾ ਵੀ ਜਵਾਕ ਬੜਾ ਵਧੀਆ ਪੜ ਜਾਣਾ, ਚੰਗੇ ਸਕੂਲ ਚ ਪੜਾਈਏ, ਫਿਰ ਕੋਈ ਨੌਕਰੀ ਲੱਗ ਕੇ ਅਫਸਰ ਲੱਗ ਜਾਣਾ ਜਾਂ ਕੋਈ ਤਕੜਾ ਬਿਜ਼ਨਸਮੈਨ ਹੋ ਜਾਏ। ਅੱਛਾ, ਤੇ ਵੈਸੇ ਜਿਹੜੀ ਯੂਸਫ ਨੇ ਗੱਲ ਸਿਖਾਈ ਉਹਦੇ ਹਿਸਾਬ ਨਾਲ ਤਾਂ ਕੋਈ ਵੀ ਨਹੀਂ ਚੱਲਦਾ। ਉਹ ਤਾਂ ਸਾਰੇ ਹਰੇਕ ਜਿਹੜਾ ਮਤਲਬ ਉਹਦਾ ਦਾ ਜਿਹੜਾ ਪਿਤਾ ਵੀ ਸੀਗਾ, ਉਹਨੇ ਮੈਨੂੰ ਕਿਹਾ ਜਦੋਂ ਛੋਟੇ ਹੁੰਦੇ ਨੂੰ ਕਹਿਤਾ ਸੀ ਬਈ ਤੇਰੇ ਦੇ ਪਿਤਾ ਪਰਮਾਤਮਾ ਦੀ ਪੂਰੀ ਆਸ਼ੀਸ਼ ਹੋਵੇ, ਛੋਟੇ ਨੂੰ ਗਿਆਨ ਸੀ। ਸੋ ਕਹਿਣ ਦਾ ਮਤਲਬ ਹੈ ਜਿਹੜਾ ਯੂਸੁਫ ਨੇ ਆਪਣੇ ਰੁਤਬੇ ਨੂੰ ਹਾਸਲ ਕਰਨ ਵਾਸਤੇ ਉਹਨੇ ਆਪਣੇ ਕਿਸੇ ਨਾਲ ਸੈਟੀਸਫਾਈ ਕੀਤੀ? ਉਹਨੇ ਨਹੀਂ ਕੀਤੀ। ਉਹਨੇ ਸਭ ਤਕਲੀਫਾਂ ਸਹੀਆਂ ਬਹੁਤ ਉਸ ਘਰ ਸੈਟੀਸਫਾਈ ਕੀਤੀ ਨਹੀਂ ਕੀਤੀ। ਕਿਉਂ ਨਹੀਂ ਕੀਤੀ? ਉਹਨੂੰ ਆਪਦੇ ਪਿਤਾ ਤੇ ਵਿਸ਼ਵਾਸ ਸੀ। ਉਹ ਕਹਿੰਦਾ ਮੈਨੂੰ ਉਹੀ ਲੈ ਜਾਵੇਗਾ ਜਿੱਥੇ ਲੈ ਕੇ ਜਾਊਗਾ। ਉਹ ਖੁਦਾ ਲੈ ਕੇ ਜਾਏਗਾ। ਹਾਲੇਲੂਇਆ। ਔਰ ਜਿਹੜੇ ਰਾਜ ਦੇ ਜੇਲ੍ਹ ਚ ਰਿਹਾ ਉਸੇ ਰਾਜ ਦਾ ਵਜ਼ੀਰ ਬਣ ਗਿਆ। ਵਜ਼ੀਰ ਤੇ ਰਾਜਾ ਬਣ ਗਿਆ। ਰਾਜਾ ਹੀ ਬਣ ਗਿਆ। ਸਾਰੀ ਪਾਵਰ ਉਹਦੇ ਕੋਲ ਸੀ। ਰਾਜਾ ਤਾਂ ਚਲੋ ਸੀ, ਉਹਦੇ ਨਾਲ ਰਾਜਾ ਨੇ ਉਹਨੂੰ ਪਾਵਰ ਹੀ ਉਹ ਦੇਤੀ ਵੀ ਸਾਰਾ ਕੁਝ ਤੂੰ ਹੀ ਕਰੇਂਗਾ। ਰਲ ਕੇ ਬਣਿਆ? ਨਹੀਂ ਜੀ, ਨਹੀਂ ਰਲ ਕੇ ਨਹੀਂ ਬਣਿਆ। ਉਹਨਾਂ ਨੂੰ ਬਕਾਇਦਾ ਮੰਨ ਲਓ ਜਿਵੇਂ ਮੈਂ ਹੁਣ ਆਪਦੇ ਤੇ ਗੱਲ ਹੁੰਦਾ ਜੀ, ਮੰਨ ਲਓ ਸਾਰੇ ਹੀ ਬੈਠੇ ਤਾਂ ਸਾਰੇ ਹੀ ਹੈਗੇ ਨਾ, ਪਰ ਹੁਣ ਲੋਕਾਂ ਜਿਹੜੇ ਮੇਰਾ ਪਰਿਵਾਰ ਹੀ ਭਾਵੇਂ ਵਿੱਚ ਬੈਠਾ ਪਰ ਉਹ ਮਹਿਸੂਸ ਹੀ ਕਰਦਾ ਪਤਾ ਨਹੀਂ ਕਿਹੜੇ ਚੱਕਰ ਨੂੰ ਚਾਲੂ ਹੋ ਗਿਆ। ਉਹ ਜਿੱਥੇ ਯੂਸਫ ਗਿਆ ਸੀ ਉੱਥੇ ਵੀ ਐਵੇਂ ਸੀਗੇ, ਸਾਰੇ ਮੂਰਤੀ ਪੂਜਕ ਸੀਗੇ ਜੋ ਉਹਨੇ, ਪਰ ਉਹਨਾਂ ਨਾਲ ਰਹੀ ਨਹੀਂ ਕੀਤੀ। ਉਹਨੇ ਪ੍ਰਭੂ ਦੀਆਂ ਗੱਲਾਂ ਦੱਸ ਕੇ ਜਦੋਂ ਉਹਨਾਂ ਲੋਕਾਂ ਨੂੰ ਵਿਸ਼ਵਾਸ ਚਾਲੂ ਹੋ ਗਿਆ, ਉਹਨੇ ਸਾਰਿਆਂ ਨੂੰ ਆਪਦੇ ਨਾਲ ਰਲਾ ਕੇ। ਕਿੰਨੇ ਕੁ ਜਾਣੇ ਸੀ ਜਿਹੜੇ ਉਹਨੂੰ ਮਤਲਬ ਉਤਸ਼ਾਹ ਕਰ ਰਹੇ? ਪਹਿਲਾਂ ਤਾਂ ਯੂਸਫ ਇਕੱਲਾ ਹੀ ਸੀ। ਉਸ ਤੋਂ ਬਾਅਦ ਜਿਹੜੇ ਜੇਲ੍ਹ ਚੋਂ ਰਿਹਾ, ਜਿਹੜੇ ਕਿਸੇ ਰਾਜੇ ਦੀ ਰਾਣੀ ਨੇ ਉਹਨੂੰ ਮੰਨ ਲਓ ਧੱਕੇ ਨਾਲ ਹੀ ਉਹਨਾਂ ਤੇ ਗਲਤ ਇਲਜ਼ਾਮ ਲਾ ਕੇ ਤੇ ਉਹਨੂੰ ਜੇਲ੍ਹ ਚ ਪਾਤਾ। ਜੇਲ੍ਹ ਜਿਹੜੇ ਕੈਦੀ ਸੀਗੇ 10-12 ਕੈਦੀ ਸੀ ਜਾਂ 15 ਕੈਦੀ ਸੀਗੇ, ਉਹ ਜਿਹੜੇ ਕੈਦੀ ਸੀ ਉਹਨਾਂ ਤੇ ਉਹਨੇ ਪਹਿਲਾਂ ਜਦੋਂ ਉਹਨਾਂ ਸਾਹਮਣੇ ਪ੍ਰਚਾਰ ਕੀਤਾ, ਉਹਨੂੰ ਗੱਲਾਂ ਦੱਸੀਆਂ ਤੇ ਉਹ ਕੈਦੀ ਉਹਦੇ ਹੱਕ ਚ ਹੋ ਗਏ। ਉਹਨਾਂ ਨੂੰ ਪਤਾ ਲੱਗਿਆ ਵੀ ਇਹਦਾ ਪਰਮੇਸ਼ਰ ਜਿਹੜਾ ਹੈ ਸੱਚਾ ਪਰਮੇਸ਼ਰ ਹੈ। ਕੈਦੀਆਂ ਨਾਲ ਵੀ ਜਾ ਕੇ ਰਲਿਆ ਨਹੀਂ। ਕੈਦੀਆਂ ਨਾਲ ਰਲਿਆ ਨਹੀਂ ਜਾ ਕੇ। ਉਹਨੇ ਕੈਦੀਆਂ ਨੂੰ ਦੱਸਤਾ ਵੀ ਮੇਰਾ ਪਰਮੇਸ਼ਰ ਹੀ ਸੱਚਾ ਹੈ। ਲੋਕਾਂ ਨੂੰ ਰਲ ਜਾਣਾ ਚਾਹੀਦਾ ਕਿ ਨਹੀਂ ਰਲਣਾ ਚਾਹੀਦਾ ਜੀ। ਜਿਹੜਾ ਉਹ ਇਕੱਲਾ ਹੀ ਸੀ, ਉਹ ਰਾਜਾ ਬਣ ਗਿਆ। ਜਿਹੜਾ ਕੋਈ ਮਸੀਹ ਬਣ ਕੇ ਆਪਣੀ ਉੱਚੀ ਪਦਵੀ ਵਾਲੇ ਕਿਸੇ ਨਾਲ ਰਲਦਾ, ਤੁਸੀਂ ਗਲਤ ਹੈ ਜੀ, ਬਿਲਕੁਲ ਗਲਤ ਹੈ। ਉਹ ਮਸੀਹ ਨਹੀਂ ਹੈਗਾ, ਉਹ ਨਹੀਂ ਮਸੀਹ ਹੈਗਾ। बैठ जाइए। हालेलुया। धन्यवाद करिए परमेश्वर का। ਰੱਬ ਨੂੰ ਮੰਨਣ ਦਾ ਮਤਲਬ ਹੈ ਕਿ ਸਾਨੂੰ ਤੰਦਰੁਸਤੀ ਮਿਲੇ, ਸਾਨੂੰ ਵੱਡੇ ਵੱਡੇ ਰੁਤਬੇ ਆਸ਼ਾ ਤੇ ਪ੍ਰਾਪਤ ਹੋਣ। ਹਾਲੇਲੂਇਆ। ਅਸੀਂ ਵੱਡੀਆਂ ਖੁਸ਼ੀਆਂ ਪ੍ਰਾਪਤ ਕਰੀਏ, ਖੁਦਾ ਦੇ ਕੋਲੋਂ ਵੱਡੇ ਵੱਡੇ ਰੁਤਬੇ ਲਈਏ और खुदा साडा नाम ऊंचा करे। बाइबल च लिखा मैं तेरे नाम ऊंचा करांगा। हालेलुया। आज तो नाम तेरा अब्राहम नहीं बल्कि अब्राहम होएगा। आज तो तू याकूब नहीं बल्कि बनी इजराइल होवेगा। खुदा साडे नाम नूं ऊंचा करदा है, पर जिन्हां लोकां ने अपने नामां नूं ऊंचा कराया वो संसार ना मिले कि खुदा ना मिले? सो अज सिखांगे असीं परमेश्वर दे पाक वचन चो बाइबल दसदी है। अगे देखांगे 7वीं अध्याय पढ़ांगे। ਕੋਈ ਤੁਹਾਨੂੰ ਨਾ ਭਰਮਾਵੇ
ਜਿਹੜਾ ਕੋਈ ਤੁਹਾਨੂੰ ਨਾ ਪਰਮਾਵੇ ਨਹੀਂ ਜੀ ਤੁਸੀਂ ਮੈਂ ਸਹੀ ਪੜਾ ਪੜੋ ਕਿੰਨੇ ਜੀ? हे ਬੱਚਿਓ ਕੋਈ ਤੁਹਾਨੂੰ ਨਾ ਭਰਮਾਵੇ हे ਬੱਚਿਓ ਕੋਈ ਤੁਹਾਨੂੰ ਨਾ ਪਰਵਾਵੇ। हे ਬੱਚਿਓ ਕੋਈ ਤੁਹਾਨੂੰ ਨਾ ਭਰਮਾਵੇ ਜਿਹੜਾ ਧਰਮ ਕਰਦਾ ਹੈ ਸੋ ਧਰਮੀ ਹੈ, ਜਿਹੜਾ ਧਰਮ ਕਰਦਾ ਹੈ ਸੋ ਧਰਮੀ ਹੈ ਜਿਵੇਂ ਉਹ ਧਰਮੀ ਹੈ। ਜਿਵੇਂ ਉਹ ਖੁਦਾ ਧਰਮੀ ਹੈ। ਜਿਹੜਾ ਪਾਪ ਕਰਦਾ ਹੈ ਜਿਹੜਾ ਪਾਪ ਕਰਦਾ ਹੈ ਉਹ ਸ਼ੈਤਾਨ ਤੋਂ ਹੈ। ਜਿਹੜਾ ਪਾਪ ਕਰਦਾ ਹੈ ਨਾ ਪਾਪ, ਉਹ ਆਪਣੇ ਆਪ ਨੂੰ ਮਸੀਹ ਨਾ ਕਹੇ, ਉਹ ਪਾਪ ਕਰਦਾ ਹੈ। ਮਸੀਹ ਜਿਹੜਾ ਯੂਸਫ ਦੀ ਜ਼ਿੰਦਗੀ ਇਸ ਦੇਖਦੇ ਆ, ਮੈਂ ਇਹਨੂੰ ਬੜੀ ਅੱਛੇ ਤਰੀਕੇ ਨਾਲ ਵੇਖ ਸਹੀ, ਲੇਕਿਨ ਸਾਡੀ ਸਮੱਸਿਆ ਦਾ ਫਿਰ ਹੱਲ ਕਿਵੇਂ ਹੋਏਗਾ? ਸਾਡੀ ਸਮੱਸਿਆ ਦਾ ਹੱਲ ਹੈ ਖੁਦਾ। ਅਸੀਂ ਬੁਰੇ ਨਾਲ ਮਿਲ ਕੇ ਧਰਮੀ ਨਹੀਂ ਬਣ ਸਕਦੇ। ਅਸੀਂ ਬੁਰੇ ਨੂੰ ਧਰਮੀ ਬਣਾ ਕੇ ਉਹਦੇ ਨਾਲ ਮਿਲ ਕੇ ਫਿਰ ਧਰਮੀ ਠਹਿਰ ਸਕਦੇ। ਅਸੀਂ ਸ਼ਰਾਬੀ ਨਾਲ ਮਿਲ ਕੇ ਧਰਮੀ ਨਹੀਂ ਠਹਿਰ ਸਕਦੇ। ਅਸੀਂ ਸ਼ਰਾਬੀਆਂ ਨਾਲ ਖਾਣਾ ਖਾ ਕੇ ਅਸੀਂ ਇਮਾਨਦਾਰ ਨਹੀਂ ਖਵਾ ਸਕਦੇ। ਇਮਾਨਦਾਰ ਜਿਹੜਾ ਹੈ ਉਹਦੀ ਜ਼ਿੰਦਗੀ ਇੱਕ ਬਿਲਕੁਲ ਪਾਕ ਸਾਫ਼ ਹੈ। ਸਾਡੇ ਕੋਲ ਇਮਾਨਦਾਰੀ ਇੱਕ ਬੜੀ ਚੰਗੀ ਚੀਜ਼ ਹੈ, ਜੇ ਕੋਈ ਸਮਝੇ ਮਸੀਹ ਵਾਲੀ ਦੀਦ ਹੈ। ਮਸੀਹ ਕਹਾਉਣਾ ਇਹ ਕੋਈ ਨਾਰਮਲ ਗੱਲ ਨਹੀਂ ਹੈ। ਮਸੀਹ ਬਣਨਾ ਕੋਈ ਸੌਖਾ ਜਿਹਾ ਕੰਮ ਨਹੀਂ ਹੈ। ਮਸੀਹ ਦੇ ਇੱਕ ਇੱਕ ਬਚਨ ਦੀ ਪਾਲਣਾ ਕਰਨੀ ਪੈਣੀ, ਇੱਕ ਇੱਕ ਬਚਨ ਦੀ। ਇੱਕ ਹੀ ਹੁਕਮ ਜੇ ਤੁਸੀਂ ਟਾਲਤਾ ਤਾਂ ਤੁਸੀਂ ਪਰਮੇਸ਼ਵਰ ਦੇ ਨਹੀਂ ਹੋ। ਬਾਈਬਲ ਕਹਿੰਦੀ ਤੁਸੀਂ ਸ਼ੈਤਾਨ ਦੇ ਬੱਚੇ ਹੋ। ਯਿਸੂ ਦੇ ਬੱਚੇ ਬਣਨ ਦੇ ਲਈ ਸਾਨੂੰ ਇੱਕ ਇੱਕ ਖੁਦਾ ਦੇ ਪਾਕ ਕਲਾਮ ਨੂੰ ਪੂਰਾ ਕਰਨਾ ਪਵੇਗਾ। ਹਾਲੇਲੂਇਆ। ਪੜਾਂਗੇ ਕਿ ਪਰਮੇਸ਼ਰ ਦੇ ਪਾਕ ਵਚਨ ਚੋਂ, ਕਿਉਂ ਜੋ ਸ਼ੈਤਾਨ ਮੁੱਢੋਂ ਹੀ ਪਾਪ ਕਰਦਾ ਆਇਆ ਹੈ, ਕਿਉਂ ਜੋ ਸ਼ੈਤਾਨ ਮੁੱਢੋਂ ਹੀ ਪਾਪ ਕਰਦਾ ਆਇਆ ਹੈ, ਪਰਮੇਸ਼ਰ ਦੇ ਪੁੱਤਰ ਇਸੇ ਲਈ ਪ੍ਰਗਟ ਹੋਇਆ, ਪਰਮੇਸ਼ਰ ਦਾ ਪੁੱਤਰ ਇਸ ਲਈ ਪ੍ਰਗਟ ਹੋਇਆ ਭਾਈ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰੇ ਔਰ ਸਾਰੇ ਸ਼ੈਤਾਨੀ ਕੰਮਾਂ ਨੂੰ ਨਸ਼ਟ ਕਰ ਦੇਵੇ। ਹਰ ਕੋਈ ਜਿਹੜਾ ਪਰਮੇਸ਼ਰ ਤੋਂ ਜੰਮਿਆ ਹੈ, ਹਰ ਕੋਈ ਜਿਹੜਾ ਪਰਮੇਸ਼ਰ ਤੋਂ ਜੰਮਿਆ ਹੈ ਪਾਪ ਨਹੀਂ ਕਰਦਾ, ਪਾਪ ਨਹੀਂ ਕਰਦਾ, ਕਿਉਂ ਜੋ ਉਹਦਾ ਬੀ ਉਸ ਵਿੱਚ ਰਹਿੰਦਾ ਹੈ। ਜਿਹੜਾ ਪ੍ਰਭੂ ਤੋਂ ਜੰਮ ਗਿਆ। ਕਈ ਵਾਰ ਕਹਿੰਦੇ ਮੇਰੇ ਤੇ ਪਵਿੱਤਰ ਆਤਮਾ ਆ ਗਿਆ। ਜਦ ਪਵਿੱਤਰ ਆਤਮਾ ਆ ਗਿਆ ਨਾ, ਪਵਿੱਤਰ ਆਤਮਾ ਸ਼ਕਤੀ ਹੈ ਰੱਬ ਦੀ। ਮੈਨੂੰ ਬਹੁਤ ਪਵਿੱਤਰ ਆਤਮਾ ਆਇਆ, ਮੈਨੂੰ ਬਹੁਤ ਪਵਿੱਤਰ ਆਤਮਾ ਆਉਣ ਤੋਂ ਬਾਅਦ ਉਸ ਬੰਦਗੀ ਸਮਾਪਤ ਹੋ ਜਾਂਦੀ ਹੈ। ਫਿਰ ਅਸੀਂ ਉਹੋ ਜਿਹੀ ਹੋ ਜਾਂਦੇ। ਪਵਿੱਤਰ ਆਤਮਾ ਜਿਹਦੇ ਅੰਦਰ ਆ ਜਾਂਦਾ ਨਾ, ਉਹ ਪਾਪ ਨਹੀਂ ਕਰਦਾ। ਜਿਹਦੇ ਅੰਦਰ ਪਵਿੱਤਰ ਆਤਮਾ ਆਏਗਾ ਉਹ ਪਾਪ ਨਹੀਂ ਕਰੇਗਾ, ਕਿਉਂਕਿ ਬਾਈਬਲ ਦੱਸਦੀ ਹੈ ਮੇਰਾ ਬੀਜ ਉਹਦੇ ਵਿੱਚ ਰਹਿੰਦਾ ਹੈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਅੱਗੇ ਪੜਾਂਗੇ। ਅਤੇ ਉਹ ਪਾਪ ਨਹੀਂ ਕਰਦਾ, ਉਹ ਪਾਪ ਨਹੀਂ ਕਰ ਸਕਦਾ, ਇਸ ਲਈ ਜੋ ਪਰਮੇਸ਼ਰ ਤੋਂ ਜੰਮਿਆ ਹੋਇਆ ਹੈ, ਇਸ ਲਈ ਕੋ ਖੁਦਾ ਤੋਂ ਜੰਮਿਆ ਹੋਇਆ ਹੈ। ਹਾਲੇਲੂਇਆ। ਅਸੀਂ ਦੇਖਾਂਗੇ ਪਰਮੇਸ਼ਰ ਦੇ ਪਾਕ ਕਲਾਮ ਜੋ ਇਬਰਾਨੀ ਦਾ ਖਤ ਦੇਖਦੇ ਹਾਂ 11 ਅਧਿਆਇ ਦੇ ਵਿੱਚ, ਤੇ ਲਿਖਿਆ ਹੈ ਖੁਦਾ ਦੇ ਫਜ਼ਲ ਦੇ ਨਾਲ मूसा नबी पैदा होया सी। हालेलुया, बोलो यीशु के नाम की जय। खुदा दे फजल दे नाल मूसा नबी पैदा होया सी। जे तुसी इब्रानिया 11 ਦੇ ਪੜ੍ਹਦੇ ਆ, ਉਸ ਦੀ 24 ਆਇਤ ਸੁਣੀਏ ਧਿਆਨ ਦੇ ਨਾਲ ਕਿ ਜਿਹੜੇ ਰੱਬ ਦੇ ਉਪਾਸ਼ਕ ਹੁੰਦੇ ਹਨ ਨਾ, ਉਹ ਕਿਸੇ ਨਾਲ ਮਿਲਦੇ ਨਹੀਂ, ਉਹਨੂੰ ਆਪਣੇ ਨਾਲ ਮਿਲਾਉਂਦੇ ਆ। ਨਿਸ਼ਚੈ ਨਾਲ मूसा ਨੇ ਜਾਂ ਸਿਆਣਾ ਹੋਇਆ ਤਾਂ ਫਿਰੌਨ ਦੀ ਧੀ ਦਾ ਪੁੱਤਰ ਖਵਾਉਣ ਤੋਂ ਇਨਕਾਰ ਕੀਤਾ। ਹਾਲੇਲੂਇਆ। ਇੱਕ ਪਾਸੇ ਰਾਜ ਭਾਗ, ਇੱਕ ਪਾਸੇ ਬੰਜਰ ਜ਼ਮੀਨ, ਇੱਕ ਪਾਸੇ ਕਸ਼ਟ, ਇੱਕ ਪਾਸੇ ਸੁਖ। ਅਸੀਂ ਕੀ ਪਨਾਉਂਦੇ ਆ? ਸੁਖ ਪਨਾਉਂਦੇ ਆ ਕਿ ਕਸ਼ਟ ਪਨਾਉਂਦੇ ਆ? ਯਿਸੂ ਮਸੀਹ ਨੇ ਕਿਹਾ ਹੈ ਜਿਹੜਾ अपनी जान बचाएगा वो अपनी जान गवाएगा, पर जेड़ा अपनी जान गवाएगा वो अपनी जान बचाएगा। देखो शब्द कितना, जेड़ा अपने आप को बचाएगा वो गवाएगा, पर जेड़ा मेरे नाम की खातर अपने आप को गवाएगा वो अपने आप बचा लेगा। ये बंदा मूसा नबी मिस्र दा राजा बनने वाला सी। मिस्र दा राजा। ਅਸੀਂ मतलब छोटे छोटे ਕੰਮਾਂ ਦੇ ਲਈ ਰੱਬ ਨੂੰ ਕੀ ਕਰਦੇ ਆ? ਨਿਰਾਸ਼ ਕਰ ਦਿੰਦੇ ਆ। ਰੱਬ ਨੇ ਸਾਡੇ ਤੇ ਆਸਾਂ ਲਾਈਆਂ ਹੁੰਦੀਆਂ, ਕਿਆ ਭਗਤ ਮੈਂ ਚੁਣਿਆ ਇਹ ਲੋਕਾਂ ਵਾਸਤੇ ਨਮੂਨਾ ਬਣੂਗਾ, ਆਹ ਚੁਣਿਆ ਨਮੂਨਾ ਬਣੂਗਾ, ਆਹ ਚੁਣਿਆ ਨਮੂਨਾ ਬਣੂਗਾ, ਪਰ ਨਮੂਨਾ ਵਿੱਚੇ ਰਹਿ ਜਾਂਦਾ। ਮਸੀਹ ਕਹਾਉਣਾ, ਮਸੀਹ ਬਣਨਾ
ਮੈਂ ਟੀਵੀ ਤੇ ਦੇਖ ਰਿਹਾ ਸੀ ਕ੍ਰਿਸਮਸ ਡੇ ਦੇ ਉੱਤੇ ਪੰਡਤ ਜਿਹੜੇ ਨਾ ਬੜੀ ਵੱਡੀ ਇੱਕ ਸਟੇਜ ਲਾ ਕੇ ਤੇ ਬੈਠੇ ਹੋਏ ਸੀ ਔਰ ਉੱਥੇ ਕ੍ਰਿਸਚੀਅਨ ਨੂੰ ਬੁਲਾਇਆ ਕਿ ਤੁਸੀਂ ਵੀ ਆਪਣੇ ਵਿਚਾਰ ਰੱਖੋ। ਜਦੋਂ ਉਹਨੇ ਵਿਚਾਰ ਰੱਖੇ ਤਾਂ ਉਹਨੂੰ ਪੁੱਛੇ ਦਾ ਲੱਗੇ ਵੀ ਤੂੰ ਕ੍ਰਿਸਚੀਅਨ ਮਸੀਹ ਬਣ ਗਿਆ? ਕਹਿੰਦਾ ਬਣਿਆ ਨਹੀਂ, ਬਣ ਰਿਹਾ ਹਾਂ, ਕਿਉਂਕਿ ਮਸੀਹ ਬਣਨਾ ਕੋਈ ਸੌਖੀ ਜੀ ਗੱਲ ਨਹੀਂ ਹੈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਪਰ ਜੇ ਸਾਡੇ ਕਦਮ ਅੱਗੇ ਲੰਘਦੇ ਜਾਵਾਂਗੇ ਫਿਰ ਹੀ ਅਸੀਂ ਉਸ ਰੁਤਬੇ ਨੂੰ ਹਾਸਲ ਕਰ ਲੈਂਦੇ ਹਾਂ। ਫਰੌਨ ਜਿਹੜਾ ਮੂਸਾ ਹੈ, ਇਹ ਲੋਕ ਗੁਲਾਮ ਹਨ, ਮਿਸਰ ਦੇ ਵਿੱਚ ਗੁਲਾਮ ਹਨ। ਅਸੀਂ ਦੇਖਦੇ ਹਾਂ ਗਰੀਬੀ, ਬਿਮਾਰੀ, ਇਹ ਗੁਲਾਮੀ ਆ। ਗਰੀਬੀ ਵੀ ਗੁਲਾਮੀ ਆ, ਬਿਮਾਰੀ ਵੀ ਗੁਲਾਮੀ ਆ। ਇਹ ਗੁਲਾਮੀ ਨਹੀਂ ਕਿ ਜਿਹੜਾ ਸਾਡੇ ਇੱਕ ਦੇਸ਼ ਦੇ ਵਿੱਚ ਰਹਿ ਰਹੇ ਹਾਂ। ਬਿਮਾਰੀ ਗੁਲਾਮੀ, ਗਰੀਬੀ ਗੁਲਾਮੀ ਆ। ਔਰ ਇਸ ਗੁਲਾਮੀ ਦੇ ਵਿੱਚ ਅਸੀਂ ਕਈ ਆਪਣੇ ਹੱਥ ਪੱਲੇ ਮਾਰਦੇ ਹਾਂ। ਇਜ਼ਰਾਈਲ ਸਾਰਾ ਮਿਸਰ ਦੇ ਗੁਲਾਮ ਹੈ ਔਰ ਉੱਥੇ ਮੂਸਾ ਤੇ ਰੱਬ ਦਾ ਪ੍ਰਕਾਸ਼ ਆ ਗਿਆ। ਰੱਬ ਨੇ ਮੂਸਾ ਤੇ ਆਪਣੇ ਭੇਤਾਂ ਨੂੰ ਖੋਲ ਦਿੱਤਾ। ਜਦ ਖੁੱਲ ਗਿਆ ਉੱਤੇ ਭੇਤ, ਉਹਨੂੰ ਪਤਾ ਲੱਗਾ ਵੀ ਇੱਥੇ ਤੇ ਇਹ ਲੋਕ ਜਿਹੜੇ ਹਨ ਇਹ ਪਰਮੇਸ਼ਰ ਦੇ ਲੋਕ ਨਹੀਂ ਹਨ, ਇਹ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਲੋਕ ਹਨ। ਜਦੋਂ ਉਹਨੂੰ ਸੱਚਾਈ ਦਾ ਪਤਾ ਲਿਖਣ ਲੱਗਾ ਤੇ ਲਿਖਿਆ ਉਹਨੇ ਰਾਜਾ ਬਣਨ ਤੋਂ ਇਨਕਾਰ ਕੀਤਾ। ਕਿਉਂ? ਕਿਉਂਕਿ ਉਹ ਜਿਹੜੀ ਔਰਤ ਸੀ, ਜਦੋਂ ਬੱਚਾ ਬਣਦਾ ਸੀ, ਉਹ ਫਰੌਨ ਦੀ ਬੇਟੀ ਸੀ। ਹਾਲੇਲੂਇਆ। ਉਹਨੇ ਉਸ ਗੱਦੀ ਤੇ ਬੈਠਣਾ ਸੀ, ਫਰੌਨ ਬਾਦਸ਼ਾਹ ਦੀ ਗੱਦੀ ਤੇ ਬਹਿਣਾ ਸੀ। ਲੇਕਿਨ ਇਹ ਗੱਲ ਦੇ ਪ੍ਰਤੀ ਜਦੋਂ ਜ਼ੁਲਮ ਦੇਖਿਆ, ਕਹਿੰਦਾ ਮੇਥੋਂ ਜ਼ੁਲਮ ਬਰਦਾਸ਼ਤ ਨਹੀਂ ਹੁੰਦਾ, ਤੇ ਉਸਨੇ ਰਾਜ ਭਾਗ ਛੱਡ ਕੇ ਤੇ ਬੰਜਰ ਜ਼ਮੀਨ 'ਚ ਚਲਾ ਗਿਆ। ਹਾਲੇਲੂਇਆ। ਲਿਖਿਆ ਪੜਾਂਗੇ ਸੀ ਪਰਮੇਸ਼ਰ ਦੇ ਪਾਕ ਨੂੰ, ਉਸਨੇ ਪਾਪ ਦੇ ਭੋਗ ਵਿਲਾਸ ਨੂੰ ਜੋ ਥੋੜੇ ਚਿਰ ਲਈ ਹੈ, ਜਿਹੜਾ ਥੋੜੇ ਹੀ ਚਿਰ ਲਈ ਹੈ, ਪਰਮੇਸ਼ਵਰ ਦੀ ਪ੍ਰਜਾ ਨਾਲ ਜਬਰੀ ਚੱਲਣ ਨੂੰ ਬੜਾ ਪਸੰਦ ਕੀਤਾ। ਅਤੇ ਉਹਨੇ ਵਿਚਾਰ ਕੀਤਾ ਭਈ, ਉਸਨੇ ਵਿਚਾਰ ਕੀਤਾ ਭਈ ਮਸੀਹ ਦੇ ਨਿਮਿਤ ਨਿੰਦਿਆ ਜਾਣਾ ਮਿਸਰ ਦੇ ਖਜ਼ਾਨਿਆਂ ਨਾਲੋਂ ਵੱਡਾ ਧਨ ਹੈ। ਹਾਲੇਲੂਇਆ। ਮਸੀਹ ਦੇ ਨਿਮਿਤ ਨਿੰਦੇ ਜਾਣਾ ਮਿਸਰ ਦੇ ਖਜ਼ਾਨਿਆਂ ਨਾਲੋਂ ਵੱਡਾ ਧਨ ਹੈ। ਜਿਨ੍ਹਾਂ ਤੇ ਪ੍ਰਕਾਸ਼ ਆ ਜਾਂਦਾ ਨਾ, ਉਹ ਸਰੀਰਕ ਚੀਜ਼ਾਂ ਨਹੀਂ ਦੇਖਦੇ, ਉਹ ਦੁਨਿਆਵੀ ਚੀਜ਼ਾਂ ਵੱਲ ਆਪਣੀ ਅੱਖਾਂ ਨਹੀਂ ਕਰਦੇ, ਉਹ ਰੱਬ ਵੱਲ ਅੱਖਾਂ ਲਾਉਂਦੇ ਨੇ। ਐਦਾਂ ਯਿਸੂ ਮਸੀਹ ਵੱਡੀ ਸੰਗਤ ਨੂੰ ਸੰਬੋਧਨ ਕਰ ਰਿਹਾ ਸੀ ਤੇ ਸਾਰੇ ਨਿਰਾਸ਼ ਹੋ ਕੇ ਚਲੇ ਗਏ। ਯੂਹੰਨਾ 6 ਦੇ ਵਿੱਚ ਲਿਖਿਆ ਤੇ ਯਿਸੂ ਮਸੀਹ ਆਪਣੇ ਚੇਲੇ ਨੂੰ ਤੁਸੀਂ ਵੀ ਜਾਓ। 12 ਜਿਹੜੇ ਚੇਲੇ ਕਹਿੰਦੇ ਜੀ ਕਿੱਥੇ ਜਾਈ, 12 ਹੀ ਰਹਿ ਗਏ। ਕਹਿੰਦਾ ਜੀ ਤੁਸੀਂ ਵੀ ਕਹਿੰਦਾ ਜਾਓ। ਕਹਿੰਦਾ ਪਤਰਸ ਕਹਿੰਦਾ ਗੁਰੂ ਜੀ ਜੀਵਨ ਤਾਂ ਸਭ ਕੁਝ ਤੇਰੇ ਕੋਲ, ਤੈਨੂੰ ਛੱਡ ਕੇ ਕਿੱਥੇ ਜਾਈਏ ਅਸੀਂ। ਯਿਸੂ ਨੂੰ ਉਹ ਨਹੀਂ ਛੱਡ ਸਕਦਾ ਜਿਹਨੂੰ ਯਿਸੂ ਦੀ ਪਹਿਚਾਨ ਆ ਗਈ ਆ। ਪ੍ਰੇਜ ਉਹੀ ਕਰੂੰਗਾ ਜਿਹਨੂੰ ਪਤਾ ਲੱਗ ਗਿਆ ਕਿ ਮੈਂ ਤੌਬਾ ਕੀਤੀ ਹੈ, ਮੈਂ ਬਪਤਿਸਮਾ ਪਾਇਆ ਹੈ, ਹੁਣ ਮੈਂ ਨਾਚ ਰੰਗ ਨਹੀਂ ਕਰੂੰਗਾ, ਹੁਣ ਮੈਂ ਨਸ਼ਿਆਂ ਵਾਲਿਆਂ ਦੇ ਲਾਗੇ ਨਹੀਂ ਬੈਠੂੰਗਾ। ਇੱਥੇ ਸਾਫ਼ ਸ਼ਬਦਾਂ ਤੇ ਲਿਖਿਆ ਹੈ ਤੁਸੀਂ ਉਹਨਾਂ ਵਿੱਚੋਂ ਨਿਕਲ ਆਓ। ਹਾਲੇਲੂਇਆ। ਪਰ ਅਜੇ ਅਸੀਂ ਦੇਖਣਾ ਹੈ ਕਿ ਸਾਡੇ ਵਿੱਚ ਕੀ ਤਬਦੀਲੀ ਹੈ। ਮੈਂ ਧੰਨਵਾਦ ਕਰਦਾ ਪਰਮੇਸ਼ਵਰ ਦਾ ਕਿ ਮੈਨੂੰ ਇੰਨੀ ਸਟੱਡੀ ਲੈਣ ਦਾ ਮੌਕਾ ਤਾਂ ਨਹੀਂ ਮਿਲਿਆ, ਲੇਕਿਨ ਜਦ ਮੇਰੀ ਸ਼ਾਦੀ ਸੀ ਨਾ, ਮੈਂ ਆਪਣਾ ਪੂਰਾ ਸਟੈਂਡ ਲਿਆ ਹੋਇਆ ਸੀ। ਹਾਲੇਲੂਇਆ, ਹਾਲੇਲੂਇਆ। ਔਰ ਖੁਦਾ ਦਾ ਧੰਨਵਾਦ ਹੈ ਕਿ ਜਿਹੜੇ ਖਰਾਬ ਕਰ ਰਹੇ ਮੈਂ ਉਹਨਾਂ ਨੂੰ ਪਿੱਛੇ ਹਟਾਈ। ਸਾਡੇ ਜੋ ਪਿੱਛੇ ਜੀਜਾ ਰੁੱਸੇ ਜਾਂ ਮਾਸੜ ਰੁੱਸੇ ਜਾਂ ਮਾਮਾ ਰੁੱਸੇ, ਨੋ ਪ੍ਰੋਬਲਮ ਆ, ਮੇਰਾ ਖੁਦਾ ਰੁੱਸਣਾ ਨਹੀਂ ਚਾਹੀਦਾ। ਹਾਲੇਲੂਇਆ। ਔਰ ਉਸ ਖੁਦਾ ਨੇ ਮੈਨੂੰ ਤੁਹਾਡੇ ਵਿੱਚ ਇੱਕ ਦਾਸ ਬਣਾ ਕੇ ਖੜਾ ਕੀਤਾ। ਬੋਲੋ ਯਿਸੂ ਕੇ ਨਾਮ ਜੀ। ਹਾਲੇਲੂਇਆ। ਦਾਸ ਜਿਹੜੇ ਹੁੰਦੇ ਆ ਰੱਬ ਦਾ ਮੂੰਹ ਹੁੰਦੇ ਆ, ਛੋਟੇ ਜਿਹੀ ਪਦਵੀ ਨਹੀਂ ਆ। ਸਾਨੂੰ ਕਹਿੰਦਾ ਜੋ ਤੁਸੀਂ ਧਰਤੀ ਤੇ ਬੰਨੋਗੇ ਨਾ ਆਕਾਸ਼ 'ਚ ਵੱਜ ਜਾਏਗਾ, ਜੋ ਧਰਤੀ ਤੇ ਖੋਲੋਗੇ ਆਕਾਸ਼ ਖੁੱਲ ਜਾਏਗਾ। ਸਵਰਗ ਰਾਜ ਦੀਆਂ ਕੁੰਜੀਆਂ ਮੈਂ ਤੈਨੂੰ ਦਿੰਦਾ ਹਾਂ। ਸੋ ਪਰਮੇਸ਼ਵਰ ਦਾ ਜਿਹੜਾ ਕਲਾਮ ਹੈ, ਜਦੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਤੂੰ ਬਚ, ਤੇਰਾ ਘਰਾਨਾ ਬਚਾਇਆ ਜਾਏਗਾ, ਜਦੋਂ ਸਾਨੂੰ ਪਤਾ ਲੱਗੇ ਮੇਰੇ ਬਚਨ ਦੇ ਨਾਲ, ਮੇਰੀ ਪਵਿੱਤਰਤਾਈ ਦੇ ਨਾਲ ਮੇਰਾ ਸਾਰਾ ਖਾਨਦਾਨ ਪਾਪ ਤੋਂ ਮੁਕਤ ਹੋ ਰਿਹਾ ਹੈ, ਮੇਰੀ ਇਸ ਭਗਤੀ ਦੇ ਨਾਲ ਮੇਰਾ ਪਰਿਵਾਰ ਪਰਮੇਸ਼ਰ ਦੇ ਰਾਜ ਵਿੱਚ ਪਹੁੰਚ ਰਿਹਾ ਹੈ, ਤੇ ਫਿਰ ਆਪਾਂ ਪਿੱਛੇ ਹਟਾਂਗੇ? ਕਦੀ ਨਹੀਂ ਹਟਾਂਗੇ। ਹਾਲੇਲੂਇਆ। ਸੋ ਖੁਦਾ ਦੇ ਪਵਿੱਤਰ ਵਚਨ ਦੇ ਅਨੁਸਾਰ ਮੂਸਾ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਔਰ ਕਹਿੰਦਾ ਮਸੀਹ ਦੇ ਨਿਮਿਤ ਨਿੰਦੇ ਜਾਣਾ ਮਿਸਰ ਦੇ ਖਜ਼ਾਨਾ ਨੂੰ ਵੱਡਾ ਧਨ ਵਾ। ਅਸੀਂ ਉਸ ਧਨ ਦੀ ਖੋਜ ਕਰ ਰਹੇ ਹਾਂ ਜਿਹੜਾ ਨਾਸ਼ਵਾਨ ਆ, ਲੇਕਿਨ ਸਾਨੂੰ ਉਸ ਧਨ ਦੀ ਖੋਜ ਕਰਨੀ ਚਾਹੀਦੀ ਆ ਜਿਹੜਾ ਅਵਨਾਸੀ ਆ। ਹਾਲੇਲੂਇਆ। ਮੈਂ ਫਿਰ ਦੱਸਾਂਗਾ ਪਰਮੇਸ਼ਰ ਦੇ ਪਾਕ ਕਲਾਮ ਦੇ ਵਿੱਚੋਂ ਯੂਸੁਫ ਨੇ ਵੀ ਆਪਣਾ ਕਦਮ ਲੋਕਾਂ ਦੇ ਨਾਲ ਨਹੀਂ ਮਿਲਾਇਆ, ਬਲਕਿ ਰੱਬ ਨਾਲ ਮਿਲਾਇਆ।
ਅਸੀਂ ਕਿਹਨਾਂ ਨਾਲ ਆਪਣਾ ਕਦਮ ਬਣਾਉਣਾ? ਫਰੌਨ ਮਿਸਰ ਦੇ ਵਿੱਚ ਇੰਨੀ ਬੁੱਤ ਪ੍ਰਸਤੀ, ਮੂਰਤੀਆਂ ਇੰਨੀਆਂ ਜ਼ਿਆਦੀਆਂ, ਤੇ ਜਦੋਂ ਹੋਸ਼ ਵਿੱਚ ਹੀ ਆ ਗਿਆ ਸੀ ਨਾ, 17 ਸਾਲ ਦਾ ਸੀ, ਉਦੋਂ ਹੀ ਉਹ ਪ੍ਰਚਾਰ ਕਰਦਾ ਹੀ ਯੂਸਫ। ਹਾਲੇਲੂਇਆ। ਕਹਿੰਦੇ ਮਿੱਟੀ ਦੇ ਬੁੱਤ ਬੋਲ ਸਕਦੇ ਨੇ, ਪਰ ਜਿਹੜਾ ਬੁੱਤ ਖੁਦਾ ਨੇ ਬਣਾਇਆ ਉਹ ਕਿੰਨਾ ਸੋਹਣਾ ਬੋਲਦਾ ਹੈ। ਹਾਲੇਲੂਇਆ, ਹਾਲੇਲੂਇਆ। ਸੋ ਉਸ ਖੁਦਾ ਦੇ ਬੰਦੇ ਤੇ ਰੱਬ ਦਾ ਹੱਥ ਸੀ। ਅੱਜ ਸਾਡੇ ਤੇ ਵੀ ਰੱਬ ਦਾ ਹੱਥ ਵਾ। ਸਾਡੇ ਤੇ ਰੱਬ ਮਤਲਬ ਗਰਵ ਕਰੇ, ਮਾਣ ਕਰੇ, ਪਰ ਅਸੀਂ ਉਹਦਾ ਮਾਣ ਰੱਖਦੇ ਹੀ ਨਹੀਂ ਆ। ਸਾਡੇ ਤੇ ਉਹਦਾ ਮਾਣ ਜਦੋਂ ਹੋਣ ਲੱਗਦਾ ਵਾ, ਉਦੋਂ ਹੀ ਅਸੀਂ ਆਪਣੀ ਜ਼ੁਬਾਨ ਨੂੰ ਫਸਲਾ ਲੈਂਦੇ ਆ। ਐਸੇ ਲੋਕਾਂ ਨੂੰ ਪਰਮੇਸ਼ਰ ਦੇ ਘਰ ਵਿੱਚ ਢੋਈ ਨਹੀਂ ਆ। ਠੋਕਰ ਦਾ ਘਰ ਨਾ ਬਣੋ, ਪਰਮੇਸ਼ਰ ਦੇ ਸੱਚੇ ਸਿਪਾਹੀ ਬਣੋ, ਪਰਮੇਸ਼ਰ ਦੇ ਸੱਚੇ ਉਪਾਸ਼ਕ ਬਣੋ। ਅਗਰ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਆਪਣੇ ਆਪ ਨੂੰ ਔਰ ਆਪਣੇ ਪਰਿਵਾਰ ਨੂੰ ਪਰਮੇਸ਼ਰ ਦੇ ਫਿਰਦੌਸ ਵਿੱਚ ਲੈ ਕੇ ਜਾ ਸਕੀਏ, ਬੋਲੋ ਯਿਸੂ ਕੇ ਨਾਮ ਕੀ ਜੈ। ਹਾਲੇਲੂਇਆ। ਅਸੀਂ ਦੇਖਦੇ ਹਾਂ ਕਿ ਕਹਿੰਦੇ ਜ਼ਮਾਨਾ ਇੱਕ ਪਾਸੇ ਹਮ ਕੀ ਕਰੇਗਾ। ਅਸੀਂ ਇਤਿਹਾਸ ਉਹਨਾਂ ਦੀਆਂ ਗੱਲਾਂ ਲਿਖੀਆਂ, ਜਿਹੜਾ ਜ਼ਮਾਨਾ ਇੱਕ ਪਾਸੇ ਤੇ ਰੱਬ ਦੇ ਬੰਦੇ ਇੱਕ ਪਾਸੇ। ਹਾਲੇਲੂਇਆ। ਰੱਬ ਦੇ ਬੰਦਿਆਂ ਨੇ ਇੱਕ ਇਤਿਹਾਸ ਰਚ ਕੇ ਰੱਖ ਦਿੱਤਾ। ਬੋਲੋ ਯਿਸੂ ਕੇ ਨਾਮ ਕੀ ਜੈ। ਹਾਲੇਲੂਇਆ। ਸੋ ਅਸੀਂ ਪਰਮੇਸ਼ਰ ਦੇ ਪਾਕ ਵਚਨ ਦੇਖਾਂਗੇ ਕਿ ਜਿਸ ਸਮੇਂ ਮਰੀਮ ਸਾਨੂੰ ਖੁਦਾ ਦਾ ਉੱਪਰੋਂ ਬੁਲਾਵਾ ਆਇਆ ਹੋਇਆ ਹੈ। ਹਾਲੇਲੂਇਆ। ਖੁਦਾ ਨੇ ਸਾਨੂੰ ਆਵਾਜ਼ ਮਾਰੀ ਹੈ, ਕਹਿੰਦਾ ਦੇਖੋ ਮੈਂ ਬੂਹੇ ਤੇ ਖਲੋਤਾ ਤੇ ਖੜਕਾ ਰਿਹਾ ਹਾਂ, ਜੇ ਕੋਈ ਮੇਰੀ ਆਵਾਜ਼ ਸੁਣੇ ਔਰ ਬੂਹਾ ਖੋਲ ਦੇ, ਮੈਂ ਉਹਦੇ ਅੰਦਰ ਆਵਾਂਗਾ, ਉਹਦਾ ਪ੍ਰਸਾਦ ਛਕਾਂਗਾ। ਪਰਮੇਸ਼ਰ ਸਾਡੇ ਤੇ ਦਾਵਾ ਕਰਨਾ ਚਾਹੁੰਦਾ ਹੈ ਅਸੀਂ ਆਪਣੇ ਆਪ ਨੂੰ ਤਿਆਰ ਕਰੀਏ। ਜਿੱਦਾਂ ਦੇ ਯੁੱਗ ਵਿੱਚ ਅਸੀਂ ਅੱਜ ਗੁਜ਼ਰ ਰਹੇ ਹਾਂ, ਇਦਾਂ ਦਾ ਯੁੱਗ ਦੁਨੀਆ ਸ਼ੁਰੂ ਇਦਾਂ ਚੱਲਦੀ ਆਈ ਹੈ। ਕੋਈ ਨਵੀਂ ਦੁਨੀਆ ਨਹੀਂ ਹੈ। ਅੱਜ ਹੀ ਕਹਿੰਦੇ ਸਾਡੇ ਵਿੱਚ ਯਿਸੂ ਆ ਜਾਵੇ। ਸਾਡੇ ਵਿੱਚ ਕੀ ਆ ਗਏ? ਯਿਸੂ। ਕਈ ਕਹਿੰਦੇ ਮੈਂ ਯਿਸੂ ਦਾ ਦਰਸ਼ਨ ਦੇਖਿਆ, ਯਿਸੂ ਦੇ ਬੜੇ ਸੋਹਣੇ ਵਾਲ ਸੀ, ਬੜੇ ਕੱਕੇ ਵਾਲ ਸੀ, ਹੈ। ਮੈਂ ਯਿਸੂ ਮਸੀਹ ਨੂੰ ਬੜੇ ਧਿਆਨ ਨਾਲ ਦੇਖ ਰਹੀ ਸੀ, ਕਰੂਸ ਤੇ ਲਟਕਾ ਹੋਇਆ ਸੀ। ਲੇਕਿਨ ਥੋੜੇ ਸਮੇਂ ਬਾਅਦ ਹੀ ਜਿਹੜੇ ਵਿਚਾਰ ਜਿਹੜੇ ਆ, ਜਿਵੇਂ ਖੁਦਾ ਦਾ ਕਲਾਮ ਦੱਸਦਾ, ਉਹਨਾਂ ਦੇ ਵਿਚਾਰਾਂ ਦੇ ਵਿੱਚ ਮਤਭੇਦ ਪੈਦਾ ਹੋ ਜਾਂਦਾ। ਹਾਲੇਲੂਇਆ। ਜਿਸ ਟਾਈਮ ਮਰੀਮ ਨੇ ਯਿਸੂ ਨੂੰ ਗਰਭ ਚ ਲਿਆ ਨਾ, ਉਸ ਸਮੇਂ ਔਰਤਾਂ ਨੂੰ ਮਾਰ ਦਿੰਦੇ ਸੀ। ਲੇਕਿਨ ਇਸ ਸਮੇਂ ਦੇ ਵਿੱਚ ਉਹ ਵੀ ਅੜੀ ਕਰ ਰਹੀ ਸੀ। ਪਹਿਲੇ ਭਵਿੱਖਬਾਣੀ ਹੋ ਰਹੀ ਸੀ, ਵੇਖੋ ਇੱਕ ਕੁਵਾਰੀ ਗਰਭਵਤੀ ਹੋਵੇਗੀ। ਆਮੀਨ। ਇੱਧਰ ਧਿਆਨ ਕਰੋ। ਪਹਿਲੇ ਭਵਿੱਖਬਾਣੀ, ਵੇਖੋ ਇੱਕ ਕੁਵਾਰੀ ਗਰਭਵਤੀ ਹੋਏਗੀ, ਉਹ ਪੁੱਤਰ ਜਣੇਗੀ, ਉਹਦਾ ਨਾਮ ਇਮਾਨੁਏਲ ਰੱਖੇਗੀ। ਉਸਨੇ ਵਚਨ ਸੁਣਿਆ ਤਾਂ ਉਸ ਔਰਤ ਨੇ ਆਪਣੇ ਆਪ ਨੂੰ ਤਿਆਰ ਕਰਨਾ ਸ਼ੁਰੂ ਕੀਤਾ। ਅੱਜ ਅਸੀਂ ਕੀ ਸੁਣ ਰਹੇ ਹਾਂ? ਯਿਸੂ ਆਉਣ ਵਾਲਾ ਹੈ, ਉਹ ਸ਼ੀਘਰ ਆ ਰਿਹਾ ਹੈ। ਕਹਿੰਦਾ ਮੈਂ ਛੇਤੀ ਆ ਰਿਹਾ ਹਾਂ, ਜੇ ਕੋਈ ਮੇਰੀ ਆਵਾਜ਼ ਸੁਣੇ ਤੇ ਆਪਣਾ ਬੂਹਾ ਖੋਲ ਦੇ, ਮੈਂ ਉਹਦੇ ਅੰਦਰ ਆਵਾਂਗਾ, ਪ੍ਰਸਾਦ ਛਕਾਂਗਾ। ਉਦੋਂ ਕੋ ਆਵਾਜ਼ ਆ ਰਹੀ ਸੀ, ਵੇਖੋ ਇੱਕ ਕੁਆਰੀ ਗਰਭਵਤੀ ਹੋਵੇਗੀ, ਪੁੱਤਰ ਜਣੇਗੀ, ਉਹਦਾ ਨਾਮ ਯਿਸੂ ਰੱਖਿਆ ਜਾਏਗਾ, ਇਮਾਨੁਏਲ ਰੱਖਿਆ ਜਾਵੇਗਾ। ਉਸ ਕੁਆਰੀ ਨੂੰ ਆਪਣੇ ਤਿਆਰ ਕੀਤਾ ਉਹਨੇ। ਸਵਰਗ ਤੋਂ ਸਵਰਗਦੂਤ ਆਇਆ, ਮਰੀਮ ਸਲਾਮ। ਕਹਿੰਦੀ ਜੇ ਕੈਸਾ ਸਲਾਮ ਹੈ, ਤੂੰ ਪਾਕ रूह ਦੀ ਮਰਜ਼ੀ ਨਾਲ, ਖੁਦਾ ਦੀ ਮਰਜ਼ੀ ਨਾਲ ਇੱਕ ਬੱਚੇ ਨੂੰ ਜਨਮ ਦੇਂਗੀ। ਮੈਂ ਤਾਂ ਕਹਿੰਦੀ ਮਨੁੱਖ ਨੂੰ ਕਦੇ ਦੇਖਿਆ ਨਹੀਂ ਆ। ਕਿੱਥੋਂ ਸਵਰਗਦੂਤ ਆਇਆ? ਸਵਰਗਦੂਤ ਤੋਂ। ਹਾਲੇਲੂਇਆ, ਹਾਲੇਲੂਇਆ। ਜਿਹੜੇ ਰੱਬ ਦੇ ਭਗਤ ਹਨ, ਮੈਂ ਧੰਨਵਾਦ ਕਰਦਾ, ਫੇਰ ਕਹਾਂਗਾ ਕਿ ਖੁਦਾ ਇਹਨੂੰ ਚੱਕ ਕੇ ਲੈ ਕੇ ਜਾ ਰਿਹਾ ਆਪਣੇ ਭਵਨ ਦੇ ਵਿੱਚ। ਤੇ ਜੇ ਹੁਣ ਵੀ ਕਵੇ ਕਿ ਨਹੀਂ ਜੀ ਮੈਨੂੰ ਤੇ ਨਹੀਂ ਚੱਕ ਕੇ ਲੈ ਕੇ ਰਿਹਾ, ਮੈਂ ਤੇ ਕਈ ਵਾਰ ਅਸੀਂ ਮਤਲਬ ਭਵਿੱਖਬਾਣੀਆਂ ਨੂੰ ਅਣਸੁਣੀਆਂ ਕਰ, ਝੂਠੀਆਂ ਨੂੰ ਤੇ ਬੜਾ ਉੱਚਾ ਕਰ ਦਿੰਦੇ ਤੇ ਸੱਚੀ ਭਵਿੱਖਬਾਣੀ ਨੂੰ ਨਾਲ ਸਮਝਦੇ। ਜਿਹੜਾ ਤੁਹਾਡੇ ਸਾਹਮਣੇ ਖੜਾ ਨਾ, ਇਹਨੇ ਤੇ ਝੂਠ ਬੋਲਦਾ, ਇਹਦਾ ਆਪਣੇ ਨਾਸ਼ ਹੋ ਜਾਣਾ। ਵੈਸੇ ਤਾਂ ਉਹਨਾਂ ਦਾ ਵੀ ਹੁੰਦਾ ਜਿਹੜੇ ਝੂਠੀਆਂ ਕਰਦੇ, ਲੇਕਿਨ ਝੂਠੀਆਂ ਭਵਿੱਖਬਾਣੀਆਂ ਕਰਨ ਵਾਲੇ ਇੱਕ ਦਿਨ ਨਰਕਾਂ ਦੇ ਅਧਿਕਾਰੀ ਹੋਣਗੇ। ਲੇਕਿਨ ਸੱਚੀ ਭਵਿੱਖਬਾਣੀ ਜਿਹੜੀ ਸੁਣ ਕੇ ਵੀ ਅਸੀਂ ਅਨਕਾਰੀ ਕਰਦੇ ਹਾਂ, ਤਾਂ ਮੈਂ ਤਾਂ ਕੋਈ ਸਾਈ ਨਹੀਂ ਦਿੱਤੀ, ਮੈਂ ਕੁਛ ਨਹੀਂ ਕਿਹਾ, ਲੇਕਿਨ ਕੌਣ ਲੈ ਕੇ ਗਿਆ? ਪਵਿੱਤਰ ਆਤਮਾ। ਹਾਲੇਲੂਇਆ। ਸੋ ਖੁਦਾ ਜਿਹੜਾ ਹੈ ਉਹ ਬਹੁਤ ਬੇਅੰਤ ਪਰਮੇਸ਼ਰ ਹੈ, ਉਹ ਸਰਵ ਸ਼ਕਤੀ ਮਹਾਨ ਪਰਮੇਸ਼ਰ ਹੈ। ਔਰ ਅਸੀਂ ਨਾਂ ਦੇ ਮਸੀਹ ਨਹੀਂ ਬਣਨਾ। ਸਾਡੇ ਘਰਾਂ ਵਿੱਚ ਉਹਨੂੰ ਬਦਬੂ ਨਹੀਂ ਹੋਣੀ ਚਾਹੀਦੀ। ਕੀ ਹੋਣੀ ਚਾਹੀਦੀ ਆ? ਸਮੈਲ ਆਉਣੀ ਚਾਹੀਦੀ। ਹਾਲੇਲੂਇਆ। ਆਦੀ ਪਵਿੱਤਰ ਆਤਮਾ ਦੀ ਸਮੈਲ ਆਉਣੀ ਚਾਹੀਦੀ। ਸਾਡੇ ਘਰਾਂ ਦੇ ਵਿੱਚੋਂ ਗੰਦਗੀ ਦੀ ਬਦਬੂ ਨਹੀਂ। ਬਾਈਬਲ 'ਚ ਲਿਖਿਆ ਜੇ ਦੁਸ਼ਟ ਨੂੰ ਖਬਰਦਾਰ ਨਹੀਂ ਕਰੇਗਾ ਤੇ ਖੂਨ ਦੀ ਪੁੱਛ ਮੈਂ ਤੇਥੋਂ ਕਰੂੰਗਾ। ਅਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਲਈ ਐਸੀ ਦੁਲਹਨ ਤਿਆਰ ਕਰਨਾ ਹੈ। ਪ੍ਰਭੂ ਯਿਸੂ ਦੁਲਹਨ ਨੂੰ ਲੈਣ ਵਾਸਤੇ ਆ ਰਿਹਾ। ਦੁਲਹਨ ਜਿਹੜੀ ਉਹ ਪਾਕ ਕੁਆਰੀ ਆ।
ਲਿਖਿਆ ਉਸ ਨੂੰ ਜਲ ਦੇ ਇਸ਼ਨਾਨ ਨਾਲ ਬਾਣੀ ਨਾਲ ਸ਼ੁੱਧ ਕਰਕੇ ਪਵਿੱਤਰ ਕਰੋ, ਉਹਨੂੰ ਪ੍ਰਤਾਪਵਾਨ ਕਲੀਸਿਆ ਤਿਆਰ ਕਰੋ ਜਿਹਦੇ ਵਿੱਚ ਕੋਈ ਔਗਣ ਕੋਈ ਬਚ ਨਾ ਹੋਵੇ। ਅਸੀਂ ਆਪਣੀ ਜ਼ਿੰਦਗੀ ਤੇ ਗੌਰ ਕਰੀਏ ਕਿ ਸਾਡਾ ਜਿਹੜਾ ਜੀਵਨ ਹੈ, ਕੀ ਸਾਡੀ ਤਿਆਰੀ ਹੈ? ਮਰੀਅਮ ਨੇ ਆਪਣੇ ਆਪ ਨੂੰ ਤਿਆਰ ਕੀਤਾ, ਉਹ ਵੀ ਇੱਕ ਔਰਤ ਸੀ। ਅੱਜ ਸਾਡੇ ਵਾਸਤੇ ਵੀ ਸੁਨੇਹਾ ਯਿਸੂ ਆ ਰਿਹਾ ਹੈ ਤੇ ਸਾਨੂੰ ਲੈ ਕੇ ਜਾਣਾ, ਅੱਖ ਝਪਕਦੇ ਇੰਝ ਕਰਕੇ ਲੈ ਕੇ ਚਲੇ ਜਾਣਾ। ਦੇਰ ਨਹੀਂ ਲਾਉਣੀ, ਬੜਾ ਚਿਰ ਨਹੀਂ ਲੱਗਣਾ। ਅੱਜ ਹੀ ਨਜ਼ਾਤ ਦਾ ਦਿਨ ਹੈ, ਅੱਜ ਹੀ ਮੁਕਤੀ ਦੇ ਦਿਨ ਹੈ। ਲੇਕਿਨ ਤੁਹਾਨੂੰ ਮਸੀਹ ਨੂੰ ਆਪਣੀ ਜ਼ਿੰਦਗੀ ਚੋਂ ਦਿਖਾਉਣਾ। ਮਸੀਹ ਦੇ ਲੋਕ ਜਿੱਤੇ ਹੋਏ ਨੇ, ਹਾਰੇ ਹੋਏ ਲੋਕ ਨਹੀਂ ਆ। ਮਸੀਹ ਜ਼ਿੰਦਗੀ ਇੱਕ ਸਵਰਗੀ ਜ਼ਿੰਦਗੀ ਹੈ, ਆਮ ਜ਼ਿੰਦਗੀ ਨਹੀਂ ਹੈ। ਜੋ ਲੋਕਾਂ ਨੇ ਮਸੀਹ ਨੂੰ ਪਹਿਨ ਲਿਆ ਉਹਨਾਂ ਦਾ ਜੀਵਨ ਬਦਲ ਗਿਆ। ਹਾਲੇਲੂਇਆ, ਹਾਲੇਲੂਇਆ। ਬੋਲੋ ਯਿਸੂ ਕੇ ਨਾਮ ਕੀ ਜੈ। ਉਹਨਾਂ ਨੇ ਰੱਬ ਨੂੰ ਪਾ ਲਿਆ। ਬੋਲੋ ਯਿਸੂ ਕੇ ਨਾਮ ਕੀ ਜੈ। ਹਾਲੇਲੂਇਆ, ਹਾਲੇਲੂਇਆ। ਦੇਖਦੇ ਹਾਂ ਕਿ ਅਸੀਂ ਸਮੱਸਿਆ ਵਿੱਚ ਅਸੀਂ ਆਪਣੇ ਬਦਲਾਅ ਕਰਦੇ ਹਾਂ। ਸਮੱਸਿਆ ਦੇ ਵਿੱਚ ਜਦੋਂ ਸਾਡੀ ਕੋਈ ਸਮੱਸਿਆ ਹੁੰਦੀ ਆ ਤੇ ਸਮੱਸਿਆ ਤੋਂ, ਪ੍ਰੀਖਿਆ ਤੋਂ ਬਗੈਰ, ਸਮੱਸਿਆ ਤੋਂ ਬਗੈਰ ਅਸੀਂ ਰੱਬ ਨੂੰ ਪਾ ਵੀ ਨਹੀਂ ਸਕਦੇ। ਜਦ ਸਾਡੀ ਕੋਈ ਸਮੱਸਿਆ ਹੀ ਨਹੀਂ ਆ, ਅਸੀਂ ਉਹਦੇ ਤੇ ਜਿੱਤ ਪਾਉਂਦੇ ਹੀ ਨਹੀਂ ਆ, ਤੇ ਅਸੀਂ ਕਿਵੇਂ ਕਵਾਂਗੇ ਰੱਬਾ ਵੇਖ ਲਓ ਮੈਂ ਸਭ ਕੁਝ ਤਿਆਗਿਆ ਪਰ ਤੇਰੇ ਤੋਂ ਪਿੱਛੇ ਹਟਿਆ ਨਹੀਂ। ਹਾਲੇਲੂਇਆ, ਹਾਲੇਲੂਇਆ। ਸਦਕ ਮਿਸ ਅਬਦਨ ਗੁਰੂ ਤੇ ਰਸੂਲਾਂ ਦੇ ਸਾਹਮਣੇ, ਨਬੀਆਂ ਸਾਹਮਣੇ ਕਿੱਡੀ ਵੱਡੀ ਸਮੱਸਿਆ ਸੀ। ਸਦਕ ਮਿਸ ਅਬਦਨ ਗੁਰੂ ਦੇ ਸਾਹਮਣੇ ਕਿੱਡੀ ਸਮੱਸਿਆ ਸੀ। ਸਾਰਾ ਜੱਗ ਇੱਕ ਪਾਸੇ ਤੇ ਇਕੱਲੇ 3 ਬੰਦੇ ਇੱਕ ਪਾਸੇ। ਮੈਨੂੰ ਪਤਾ ਗੀਤ ਵਿੱਚ ਵੀ ਬੜਾ ਉਹ ਤੇ ਪੂਰੀ ਪਿਕਚਰ ਬਣਾ ਕੇ ਦਿਖਾਉਂਦੇ ਆ। ਸਾਰੇ ਲੋਕ ਇੱਕ ਪਾਸੇ ਤੇ 3 ਬੰਦੇ। ਤੁਸੀਂ 3 ਬੰਦਿਆਂ ਦਾ ਕੀ ਬਣਦਾ? ਪਰ ਜਿਨ੍ਹਾਂ ਨਾਲ ਖੁਦਾ ਨਾ, ਉਹਨਾਂ ਨੂੰ ਕੋਈ ਤਾਕਤ ਹਰਾ ਨਹੀਂ ਸਕਦੀ। ਹਾਲੇਲੂਇਆ, ਹਾਲੇਲੂਇਆ। ਖੁਦਾ ਨੂੰ ਭਰੋਸਾ ਸੀ ਕਿ ਇਹ ਮੇਰੇ ਬੰਦੇ ਮੇਰਾ ਸਿਰ ਨੀਵਾ ਨਹੀਂ ਹੋਣ ਦੇਣਗੇ। ਹਾਲੇਲੂਇਆ। ਔਰ ਉਹਨਾਂ ਨੇ ਖੁਦਾ ਦੇ ਸਿਰ ਨੂੰ ਉੱਚਾ ਕਰਕੇ ਤੇ ਸਾਰੀ ਦੁਨੀਆ ਦੇ ਵਿੱਚ ਰੱਬ ਦੇ ਨਾਮ ਨੂੰ ਸਾਬਤ ਕਰਦਾ ਕਿ ਮੇਰਾ ਹੀ ਖੁਦਾ, ਹੋਰ ਕੋਈ ਖੁਦਾ ਨਹੀਂ। ਸਮੱਸਿਆ ਕੋ ਛੋਟੀ ਜੀ, ਸਾਡੀ ਸਮੱਸਿਆ ਕੀ ਹੈ? ਲੰਗਰ ਪਾਣੀ ਦੀ। ਲੇਕਿਨ ਉਹਨਾਂ ਸਾਹਮਣੇ ਮੌਤ, ਸਾਡੇ ਸਾਹਮਣੇ ਮੌਤ ਨਹੀਂ ਹੈ। ਉਹਨਾਂ ਨੇ ਮੌਤ ਨੂੰ ਸਵੀਕਾਰ ਕੀਤਾ ਔਰ ਰੱਬ ਦੇ ਨਜ਼ਰਾਂ ਸਾਹਮਣੇ ਆਪਣੇ ਆਪ ਨੂੰ ਧਰਮੀ ਠਹਿਰਾਇਆ ਔਰ ਲੋਕਾਂ ਦੇ ਸਾਹਮਣੇ ਹਾਰੇ ਨਹੀਂ ਬਲਕਿ ਉਹਦੇ ਨਾਮ ਨੂੰ ਉਜਾਲਾ ਦਵਾਇਆ। ਹਾਲੇਲੂਇਆ, ਹਾਲੇਲੂਇਆ। ਔਰ ਉਹੀ ਰਾਜਾ ਕੀ ਕਹਿ ਰਿਹਾ, ਪੜਾਂਗੇ ਅਸੀਂ ਪਰਮੇਸ਼ਰ ਦੇ ਪਾਕ ਵਚਨ ਚੋਂ, ਦਾਨੀਏਲ ਦੀ ਪੋਥੀ ਉਸਦਾ 3ਰਾ ਅਧਿਆਇ। ਅਸੀਂ ਵੀ ਇਹ ਗੱਲਾਂ ਖਵਾਈਏ, ਜਦ ਅਸੀਂ ਕਿਸੇ ਵੀ ਪਾਪੀ ਨਾਲ ਮਿਲ ਜਾਂਦੇ ਹਾਂ, ਤੁਹਾਡਾ ਮਸਲਾ ਵੀ ਸੋਲਵ ਕਰ ਦੇਗਾ। ਫਿਰ ਕਹੋ ਹੈ ਕਹਿੰਗੇ ਤੂੰ ਭਗਤ ਬਣ ਜਾ, ਉਹ ਕਹੂਗਾ ਮਸਲਾ ਤੇ ਤੇਰਾ ਮੈਂ ਹੀ ਹੱਲ ਕੀਤਾ। ਪਾਪੀ ਕਹੇਗਾ ਮਸਲਾ ਤੇ ਤੇਰਾ ਮੈਂ ਹੀ ਹੱਲ ਕੀਤਾ ਸੀ, ਮਸਲਾ ਤੇਰਾ ਮੈਂ ਹੱਲ ਕੀਤਾ ਸੀ। ਆਪਣਾ ਮਸਲਾ, ਸਾਡਾ ਮਸਲਾ ਕੌਣ ਹੱਲ ਕਰੇਗਾ? ਸਾਡਾ ਖੁਦਾ ਹੱਲ ਕਰੇਗਾ। ਹਾਲੇਲੂਇਆ, ਹਾਲੇਲੂਇਆ। ਦਾਨੀਏਲ ਦੀ ਪੋਥੀ ਜਦ ਦੇਖਦੇ ਹਾਂ ਵੀ ਇੱਥੇ ਵੇਖਾਂਗੇ ਕਿ ਇਹਨਾਂ ਦਾ ਮਸਲਾ ਲੋਕਾਂ ਨਾਲ ਮਿਲ ਕੇ ਨਹੀਂ ਹੋਇਆ, ਇਹਨਾਂ ਦਾ ਮਸਲਾ ਖੁਦਾ ਨਾਲ ਮਿਲ ਕੇ ਹੱਲ ਹੋਇਆ। ਸਾਡਾ ਮਸਲਾ ਕੌਣ ਹੱਲ ਕਰੇਗਾ? ਖੁਦਾ। ਸਾਰੇ ਕਿਹਨੂੰ ਪਤਾ ਮੇਰਾ ਮਸਲਾ ਕੌਣ ਕਰੇਗਾ? ਖੁਦਾ। ਸਾਡਾ ਮਸਲਾ ਤਾਂ ਕੌਣ ਕਰੇਗਾ? ਖੁਦਾ। ਮਸਲਾ ਕਿਦਾਂ ਦਾ ਹੋਵੇ? ਆ ਸਾਡੀ ਭੈਣ ਬੇਟੀ ਫੌਜਣ, ਲੋਕ ਨੇ ਰਿਸ਼ਵਤ ਦਿੰਦੇ ਆ ਜੀ, ਸਾਡੇ ਮੁੰਡੇ ਨੌਕਰੀ ਦੇ ਦਿਓ, ਸਾਡੇ ਮੁੰਡੇ ਨੌਕਰੀ ਦੇ ਦਿਓ। ਇਹਦੇ ਮੁੰਡੇ ਨੂੰ 3 ਨੌਕਰੀਆਂ ਮਿਲੀਆਂ, ਪੁੱਛੋ ਇਹਨੂੰ ਕੋਈ ਰਿਸ਼ਵਤ ਕਿ ਦਿੱਤੀ? ਇਹਨੇ ਕਿਸੇ ਨੂੰ ਰਿਸ਼ਵਤ ਨਹੀਂ ਦਿੱਤੀ। ਨੌਕਰੀਆਂ 3 ਮਿਲ ਗਈਆਂ, ਲੋਕਾਂ ਨੂੰ 1 ਨੌਕਰੀ ਨਹੀਂ ਮਿਲਦੀ, 3 ਨੌਕਰੀ। 2 ਹੋਰ ਮਿਲ ਗਈਆਂ, 2 ਕਹਿੰਦੇ ਹੋਰ ਮਿਲਣੇ, ਨੌਕਰੀ ਕਰਨੀ 1 ਆ, 2 ਅਜੇ ਹੋਰ ਮਿਲਣਗੀਆਂ। ਮਰਜ਼ੀ ਦਾ ਜਿਹੜੀ ਮਰਜ਼ੀ ਤੇ ਜਾਵੇ। ਆਮੀਨ, ਆਮੀਨ। ਖੁਦਾ ਤੇ ਭਰੋਸਾ ਕਰਨ ਵਾਲੇ ਕਦੀ ਸ਼ਰਮਿੰਦੇ ਨਹੀਂ ਹੁੰਦੇ। ਖੁਦਾ ਤੇ ਯਕੀਨ ਕਰਨ ਵਾਲੇ ਕਦੇ ਕਿਸੇ ਦੇ ਝੁਕਣ ਦੀ ਜ਼ਰੂਰਤ ਨਹੀਂ ਆ। ਖੁਦਾ ਕਹਿੰਦਾ ਮੈਂ ਤੇਰੇ ਮੰਗਣ ਤੋਂ ਪਹਿਲੇ ਜਾਣਦਾ ਤੈਨੂੰ ਕਿਹੜੀ ਕਿਹੜੀ ਵਸਤੂ ਦੀ ਜ਼ਰੂਰਤ ਹੈ। ਹਾਲੇਲੂਇਆ, ਹਾਲੇਲੂਇਆ। ਰਿਸ਼ਵਤ ਦੇ ਕਹਿੰਦੇ ਕੌਣ ਇਹਨੂੰ ਪਤਾ ਕਿੰਨੇ ਕੁ ਪੈਸੇ ਦਿੱਤੇ ਆ? ਪੈਸੇ ਕਿਹਨੂੰ ਦਿੱਤੇ ਆ? ਖੁਦਾ ਨੂੰ ਦਿੱਤੇ ਆ। ਹਾਲੇਲੂਇਆ, ਹਾਲੇਲੂਇਆ। ਉਹਦੇ ਘਰ ਵਿੱਚ ਸਾਰੇ ਗੱਲੇ ਜਮੇ ਹੋਏ, ਸਾਨੂੰ ਵਾਪਸ ਦੇ ਰਿਹਾ। ਕਹਿੰਦੇ ਆ ਵੀ ਇੱਥੋਂ ਪੇਪਰ ਪਾਸ ਹੁੰਦਾ ਉਹਨਾਂ ਨੂੰ ਪੈਸੇ ਦਿੱਤੇ ਸਾਰੇ ਪੇਪਰਾਂ 'ਚ ਪਾਸ ਹੋ ਗਿਆ, ਸਾਰੇ ਪੇਪਰਾਂ 'ਚ ਪਾਸ ਹੋ ਗਿਆ, ਜਿੱਥੇ ਪੇਪਰ ਤੋਂ ਪਾਸ ਹੋ ਗਿਆ। ਪ੍ਰਭੂ ਕਹਿੰਦਾ ਹੈ, ਖੁਦਾ ਦਾ ਕਲਾਮ ਕਹਿੰਦਾ ਬੱਚਿਆਂ ਦਾ ਅਸਰ ਜਿਹੜਾ ਨਾ, ਮਾਪਿਆਂ ਦਾ ਅਸਰ ਜਿਹੜਾ ਬੱਚਿਆਂ ਤੇ ਪੈਂਦਾ। ਇਹਦਾ ਜਿਹੜਾ ਪਤੀ ਹੈ ਨਾ ਕਦੀ ਵੀ ਦਾਨ ਕਰੇ ਤਾਂ ਐ ਕਰੂਗਾ ਜੀ ਮੈਂ ਤੁਹਾਡਾ ਕਰਜ਼ਾਈ ਆ। ਮੈਂ ਤੁਹਾਡਾ ਕੀ ਆ? ਕਰਜ਼ਾਈ। ਜਦੋਂ ਵੀ ਦਾਨ ਕਰੂਗਾ ਨਾ ਮੈਂ ਦਸਵੰਧ ਪੂਰਾ ਤੁਹਾਨੂੰ ਦਿੰਦਾ ਨਹੀਂ, ਬਾਕੀ ਕੁਝ ਖਾ ਲੈਣਾ ਵਾ, ਇਸ ਕਰਕੇ ਮੈਂ ਤੁਹਾਡਾ ਕੀ ਆ? ਕਰਜ਼ਾਈ ਆ। तो धन्यवाद है खुदा का, ਮੰਨਦੇ ਨਹੀਂ ਮੈਂ ਕਰਜ਼ਾਈ ਹੈ। ਤਾਂ ਪਰਮੇਸ਼ਰ ਦੇ ਬੱਚੇ ਜੇਗਾ ਤੁਸੀਂ ਮੈਨੂੰ ਠੱਗਦੇ ਹੋ, ਸਗੋਂ ਸਾਰੇ ਠੱਗਦੇ ਹੋ। ਤੁਸੀਂ ਮੈਨੂੰ ਕੀ ਆ?
ਠੱਗਦੇ ਹੋ, ਸਗੋਂ ਸਾਰੇ ਠੱਗਦੇ ਹੋ, ਸਾਰੀਆਂ ਕੌਮਾਂ ਨੂੰ ਠੱਗਦੀਆਂ ਹਨ, ਸਾਰੇ ਦਸਵੰਧ ਮੇਰੇ ਮੋਤੀ ਖਾਣੇ ਚ ਲੈ ਕੇ ਆਓ। ਉਹ ਕਹਿੰਦਾ ਜੀ ਮੈਂ ਤੁਹਾਡਾ ਕਰਜ਼ਾਈ ਹਾਂ, ਮੈਂ ਸ਼ੁਕਰ ਮੰਨਦਾ ਤੇ ਹੈ ਨਰੇਸ਼ ਜੀ ਨਹੀਂ ਮੰਨਦੇ, ਇਹ ਵੀ ਮੰਨਦੇ ਨਹੀਂ। ਇਸ ਵੇਲੇ ਭੋਲੇ ਨੂੰ ਕਹਿੰਦੇ ਮੈਂ ਨਹੀਂ ਜੀ ਕੋਈ ਗੱਲ ਨਹੀਂ ਭੋਲੇ ਤੂੰ ਤਾਂ ਕੰਮ ਕਰੀ ਜਾਂਦੀ ਹੈ। ਫਿਰ ਤੈਨੂੰ ਪਤਾ ਲੱਗ ਗਿਆ, ਨਰੇਸ਼ ਨੂੰ ਪਤਾ ਲੱਗ ਗਿਆ ਵੀ ਇਹ ਇਸ ਗੱਲ ਦੇ ਕਰਜ਼ਾਈ ਹੈ, ਤਾਂ ਜਿਹੜੇ ਮਸਲੇ ਜਿਹੜੇ ਕੋਲ ਅਧੂਰੇ ਆ। ਆਮੀਨ आमीन हालेलुया हालेलुया और यीशु के नाम की जय यीशु मसीह के नाम की जय। ਸੋ ਖੁਦਾ ਦੇ ਫਜ਼ਲ ਦੁਆਰਾ ਲਿਖਿਆ ਹੈ ਇੱਥੇ ਜਦ ਵੀ ਸਾਡੀ ਸਮੱਸਿਆ ਹੋਵੇ, ਜਦੋਂ ਵੀ ਸਾਡੀ ਸਮੱਸਿਆ ਹੋਵੇ, ਚਾਹੇ ਸਾਡੀ ਆਰਥਿਕ ਹੋਵੇ, ਚਾਹੇ ਸਾਡੀ ਕੋਈ ਸਰੀਰਕ ਹੋਵੇ, ਜੋ ਵੀ ਸਾਡੀ ਸਮੱਸਿਆ, ਉਹ ਸਮੱਸਿਆ ਕਿਹਨੂੰ ਦੇਣੀ ਅਸੀਂ? ਕਿਹਨੂੰ ਦੇਣੀ ਸਮੱਸਿਆ ਅਸੀਂ? यीशु में परमेश्वर। ਇਸ ਪਰਮੇਸ਼ਰ ਦਾ ਕਮਜ਼ੋਰ ਜੋ ਨਾ नहीं ਨਹੀਂ। ਹਾਲੇਲੂਇਆ। ਦੇਖਦੇ ਅਸੀਂ ਪਰਮੇਸ਼ਰ ਦੇ ਪਾਕ ਵਚਨ ਚੋਂ ਤੀਸਰੇ ਅਧਿਆਇ ਦੀ ਅਸੀਂ 13 ਆਇਤ ਤੋਂ ਪੜਾਂਗੇ। ਤਦ ਨਬੂਕਦਨਸਰ ਨੇ ਵੱਡੇ ਕ੍ਰੋਧ ਅਤੇ ਗੁੱਸੇ ਨਾਲ ਆਗਿਆ ਕੀਤੀ ਕਿ ਸ਼ਦਰਕ, ਮੇਸ਼ਕ ਤੇ ਅਬਦਨਗੋ ਨੂੰ ਹਾਜ਼ਰ ਕਰੋ। ਸਦਕ ਮਿਸਕ ਨਬੂਕਦਨਸਰ ਰਾਜੇ ਨੇ ਗੁੱਸੇ ਵਿੱਚ ਆ ਕੇ ਕਿਹਾ, ਸਦਕ ਮਿਸਕ ਅਬਦਨਗੋ ਨੂੰ ਹਾਜ਼ਰ ਕਰੋ। ਤਦ ਉਹਨਾਂ ਨੇ ਉਹਨਾਂ ਆਦਮੀਆਂ ਨੂੰ ਰਾਜੇ ਦੇ ਦਰਬਾਰ ਹਾਜ਼ਰ ਕੀਤਾ। ਉਹਨਾਂ ਨੇ ਉਹਨਾਂ ਤਿੰਨਾਂ ਆਦਮੀਆਂ ਨੂੰ ਰਾਜੇ ਦੇ ਦਰਬਾਰ ਵਿੱਚ ਹਾਜ਼ਰ ਕਰ ਦਿੱਤਾ। ਨਬੂਕਦਨਸਰ ਨੇ ਉਹਨਾਂ ਨੂੰ ਆਖਿਆ, ਨਬੂਕਦਨਸਰ ਉਹਨਾਂ ਨੂੰ ਆਖਿਆ, ਇਹ ਸ਼ਦਰਕ, ਮੇਸ਼ਕ, ਅਬਦਨਗੋ, हे सदक मिस्क अबदनगो, ਕੀ ਇਹ ਸੱਚ ਹੈ ਕਿ ਤੁਸੀਂ ਮੇਰੇ ਦੇਵਤੇ ਦੀ ਸੇਵਾ ਨਹੀਂ ਕਰਦੇ ਕੀ ਇਹ ਸੱਚ ਹੈ ਕਿ ਤੁਸੀਂ ਮੇਰੇ ਦੇਵਤੇ ਦੀ ਸੇਵਾ ਨਹੀਂ ਕਰਦੇ ਅਤੇ ਨਾ ਉਸ ਸੋਨੇ ਦੀ ਮੂਰਤ ਨੂੰ ਜਿਹਨੂੰ ਮੈਂ ਖੜਾ ਕੀਤਾ ਹੈ ਮੱਥਾ ਟੇਕਦੇ ਹੋ? ਨਾ ਮੈਂ ਸੋਨੇ ਦੀ ਮੂਰਤ ਨੂੰ ਜਿਹੜੀ ਮੈਂ ਖੜੀ ਕੀਤੀ ਸੀ ਮੱਥਾ ਟੇਕਦੇ ਹੋ। ਹੁਣ ਜੇ ਤੁਸੀਂ ਤਿਆਰ ਹੋ ਭਾਈ, ਜਿਸ ਵੇਲੇ ਤੁਸੀਂ ਤੁਰੀ ਬਾਂਸਰੀ, ਬਾਦਸ਼ਾਹ ਜਿਹੜਾ ਵਾ ਉਹਨਾਂ ਦੇ ਨਾਲ ਕੀ ਕਰਨ ਡਿਆ ਵਾ, ਰਹੀ ਕਰ ਰਿਹਾ, ਕਹਿੰਦਾ ਜੀ ਜੇ ਤੁਸੀਂ ਤਿਆਰ ਹੋ ਤਾਂ ਮੈਂ ਫਿਰ ਦੁਬਾਰਾ ਸਾਜ਼ ਵਜਾ ਦਿੰਨਾ। ਆਮੀਨ आमीन ਹਾਲੇਲੂਇਆ। हालेलुया ਕਿਉਂਕਿ ਉਹ ਬਾਦਸ਼ਾਹ ਦੇ ਦਰਬਾਰ 'ਚ ਹੀ ਰਹਿੰਦੇ ਸੀ। ਕਈ ਵਾਰੀ ਕਹਿੰਦੇ ਜੇ ਮੈਂ ਉਹਨਾਂ ਦੇ ਕੋਲ ਰਹਿਣਾ, ਇਸ ਕਰਕੇ ਥੋੜੀ ਬਹੁਤ ਉਹਨਾਂ ਦੀ ਮੰਨਣੀ ਪੈਂਦੀ, ਥੋੜੀ ਬਹੁਤੀ ਆਪਣੀ ਕਰ ਲਈ, ਥੋੜੀ ਬਹੁਤ ਉਹਨੇ ਮੰਨ ਲਈ। ਜਿਹੜੇ ਰੱਬ ਦੇ ਬੰਦੇ ਆ ਨਾ, ਥੋੜੀ ਨਹੀਂ ਪੂਰੀ ਰੱਬ ਦੀ ਮੰਨਦੇ ਆ। ਆਮੀਨ आमीन ਦੇਖਿਆ, ਥੋੜਾ ਜਿਹਾ ਖਮੀਰ ਸਾਰੀ ਤੁਹਾਨੂੰ ਕਰ ਦੇਗਾ। ਯਿਸੂ ਮਸੀਹ ਕਹਿੰਦਾ ਕਿ ਬੀਬੀ ਨੇ ਸੇਰ ਆਟੇ ਵਿੱਚ ਥੋੜਾ ਜਿਹਾ ਖਮੀਰ ਆਟਾ ਗੁੰਨਤਾ, ਸਾਰਾ ਸਤਰੀ ਤਾਣ ਬਣ ਗਿਆ। ਸਾਰਾ ਕੀ ਹੋ ਗਿਆ? ਇਸੇ ਤਰ੍ਹਾਂ ਸਾਡੀ ਜ਼ਿੰਦਗੀ ਹੈ, ਜੇ ਤੁਸੀਂ ਖਮੀਰ ਲਿਆਓਗੇ ਤੇ ਫਿਰ ਤੁਹਾਡਾ ਜਿਹੜਾ ਭਗਤੀ ਜਿਹੜੀ ਆ ਫੇਲ ਹੋ ਜਾਣੀ ਆ। ਪਰਮੇਸ਼ਰ ਤੇ ਭਰੋਸਾ ਕਰਨਾ, ਇਹਨਾਂ ਦੇ ਸਾਹਮਣੇ ਇੱਕ ਪਾਸੇ ਮੌਤ ਹੈ, ਇੱਕ ਪਾਸੇ ਜ਼ਿੰਦਗੀ ਹੈ। ਹੁਣ ਇਹਨਾਂ ਨੇ ਇੱਥੇ ਖੁਦਾ ਦੇ ਕਲਾਮ 'ਚ ਲਿਖਿਆ ਹੈ ਕਿ ਬਾਦਸ਼ਾਹ ਕਹਿ ਰਿਹਾ ਜੀ ਤੁਸੀਂ ਤਿਆਰ ਹੋ, ਮੈਂ ਫੇਰ ਦੁਬਾਰਾ ਵਜਾ ਦੇਣਾ ਸਾਜ਼। ਪੜਾਂਗੇ ਸਰੰਗੀ, ਬਰਬਤ, ਬੀਨ, ਹਰ ਪ੍ਰਕਾਰ ਦੇ ਵਾਜਿਆਂ ਦੀ ਆਵਾਜ਼ ਸੁਣੋ ਤਾਂ ਤੁਸੀਂ ਡਿੱਗ ਕੇ ਮੂਰਤ ਨੂੰ ਜਿਹਨੂੰ ਮੈਂ ਖੜਾ ਕੀਤਾ ਹੈ ਮੱਥਾ ਟੇਕੋ ਤਾਂ ਚੰਗਾ। ਹਾਂ, ਕਹਿੰਦਾ ਵੀ ਜਿਹੜੀ ਮੈਂ ਮੂਰਤੀ ਬਣਾਈ ਹੈ, ਜਦੋਂ ਬਾਂਸਰੀ, ਸਰੰਗੀ, ਸਤੌਤ ਵੱਜਣ ਤੇ ਜਿਹੜੀ ਮੈਂ ਮੂਰਤੀ ਨੂੰ ਟੇਕ ਕੇ ਮੱਥਾ ਟੇਕੋ, ਚੰਗਾ ਹੈ। ਜੇ ਨਹੀਂ, ਪਰ ਜੇਕਰ ਤੁਸੀਂ ਮੱਥਾ ਨਾ ਟੇਕੋ ਤਾਂ ਉਸੇ ਘੜੀ ਤੁਸੀਂ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਛੁੱਟੇ ਜਾਓਗੇ। ਜੇ ਤੁਸੀਂ ਮੱਥਾ ਨਹੀਂ ਟੇਕੋਗੇ, ਉਸੇ ਘੜੀ ਤੁਸੀਂ ਬਲਦੀ ਭੱਠੀ ਸੁੱਟੀ ਜਾਓਗੇ। ਦੇਖੋ, ਸਾਡੀ ਕੋਈ ਵੀ ਸਮੱਸਿਆ ਹੋਵੇ, ਸਾਡਾ ਘਰ ਬਿਮਾਰੀ ਹੋਵੇ, ਗਰੀਬੀ ਹੋਵੇ, ਭੱਠੀ 'ਚ ਪੈਣ ਵਾਲਾ ਤਾਂ ਪ੍ਰੋਬਲਮ ਕੋਈ ਨਹੀਂ ਹੁੰਦੀ। ਇਹੋ ਜਿਹੀ ਸਮੱਸਿਆ ਤਾਂ ਕੋਈ ਨਹੀਂ ਹੁੰਦੀ। ਜਦੋਂ ਸਾਡੀ ਐਸੀ ਸਮੱਸਿਆ ਹੈ ਨਹੀਂ, ਫਿਰ ਆਪਣੇ ਪਰਮੇਸ਼ਰ ਨੂੰ ਅਸੀਂ ਕਮਜ਼ੋਰ ਜਿਹਾ ਕਿਉਂ ਸਮਝੀਏ? ਰੱਬ ਦੇ ਅਪਾਸ਼ਕਾਂ ਤੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ, ਜਿਨ੍ਹਾਂ ਦਾ ਇਤਿਹਾਸ ਲਿਖਿਆ, ਜਿਨ੍ਹਾਂ ਦਾ ਇਤਿਹਾਸ ਪੜ੍ਹ ਕੇ ਅਸੀਂ ਜਿੱਤ ਪ੍ਰਾਪਤ ਕਰਨੀ ਹੈ, ਸਵਰਗ ਜਾਣਾ ਵਾ, ਜਿਨ੍ਹਾਂ ਦੇ ਦੁਆਰਾ ਸਾਨੂੰ ਪਰਮੇਸ਼ਰ ਦਾ ਪ੍ਰਕਾਸ਼ ਤੇ ਗਿਆਨ ਸਾਡੇ ਉੱਤੇ ਜ਼ਾਹਰ ਹੁੰਦਾ। ਅਗਰ ਅਸੀਂ ਉਹਨਾਂ ਦੀ ਗੱਲਾਂ ਨੂੰ ਆਪਣੇ ਆਪ ਤੇ ਲਾਗੂ ਨਹੀਂ ਕਰਾਂਗੇ ਤਾਂ ਕਿਵੇਂ ਅਸੀਂ ਪਰਮੇਸ਼ਰ ਤੇ ਰਾਜ ਜਾ ਸਕਾਂਗੇ? ਬੋਲੋ ਆਮੀਨ आमीन ਹਾਲੇਲੂਇਆ। हालेलुया ਇੱਥੇ ਲਿਖਿਆ ਖੁਦਾ ਦੇ ਪਾਕ ਕਲਾਮ ਦੇ ਵਿੱਚ, ਜੇ ਤਿਆਰ ਹੋ, ਅੱਗੋਂ ਸੁਣੀਓ ਉਹ ਜਵਾਬ ਉਹਨਾਂ ਦਾ। ਅਤੇ ਉਹ ਦੇਵਤਾ ਕਿਹੜਾ ਹੈ ਜਿਹੜਾ ਤੁਹਾਨੂੰ ਮੇਰੇ ਹੱਥੋਂ ਛੁਡਾ ਲਵੇ? ਹਾਂ, ਹੁਣ ਸਾਨੂੰ ਵੀ ਘੁੰਮਗਾਰੇ ਉਹ ਕਿਹੜਾ ਬੰਦਾ ਆਰਡਰ ਤੁਹਾਨੂੰ ਮੈਨੂੰ ਬਰਕਤ ਦਵਾਏਗਾ? ਮੈਂ ਹੀ ਬਰਕਤ ਦਵਾ ਸਕਦਾ, ਲੇਕਿਨ ਸਾਡਾ ਪਰਮੇਸ਼ਰ ਕਮਜ਼ੋਰ ਜੋਦਾ ਨਹੀਂ ਹੈ। हालेलुया ਹਾਲੇਲੂਇਆ हालेलुया ਮੇਰਾ ਖੁਦਾ ਕਮਜ਼ੋਰ ਜੋਦਾ ਨਹੀਂ ਹੈ। ਮੈਂ ਉਸ ਪਰਮੇਸ਼ਰ ਤੇ ਭਰੋਸਾ, ਯਕੀਨ, ਵਿਸ਼ਵਾਸ ਕਰਦਾ। ਔਰ ਜਿਨ੍ਹਾਂ ਵਾਸਤੇ ਪ੍ਰਾਰਥਨਾ ਕੀਤੀ, ਬਾਈਬਲ ਚ ਕਿਹਾ ਜਿਨ੍ਹਾਂ ਲਈ ਤੁਸੀਂ ਪ੍ਰਾਰਥਨਾ ਕਰੋਗੇ ਧਨੀ ਹੋ ਜਾਣਗੇ। ਹਾਲੇਲੂਇਆ हालेलुया ਮੈਨੂੰ ਕਿਸੇ ਗੱਲ 'ਚ ਕਮੀ ਰਹਿਣ ਦੇਵੇਗਾ? ਜਦੋਂ ਮੇਰੇ ਸ਼ਬਦਾਂ ਨਾਲ ਦੂਜਿਆਂ ਨੂੰ ਆਸ਼ੀਸ਼ ਮਿਲਦੀ ਹੈ ਤਾਂ ਮੈਨੂੰ ਕਿੱਥੇ ਕਮਜ਼ੋਰ ਰਹਿਣ ਦੇਗਾ? ਉਹ ਮੈਨੂੰ ਵੀ ਬਿਲਕੁਲ ਧਨੀ ਬਣਾਏਗਾ। ਹਾਲੇਲੂਇਆ हालेलुया ਬੋਲੋ ਯਿਸੂ ਦੇ ਨਾਮ ਕੀ जय। ਅੱਗੇ ਦੇਖਦੇ ਹਾਂ। ਤਾਂ ਸ਼ਦਰਕ, ਮੇਸ਼ਕ, ਅਬਦਨਗੋ ਨੇ ਰਾਜੇ ਨੂੰ ਉੱਤਰ ਦੇ ਕੇ ਆਖਿਆ, ਹੈ ਨਬੂਕਦਨਸਰ, ਅਸੀਂ ਇਸ ਗੱਲ ਵਿੱਚ ਤੁਹਾਨੂੰ ਉੱਤਰ ਦੇਣੀ
ਜ਼ਰੂਰੀ ਨਹੀਂ ਸਮਝਦੇ। ਹਾਂ ਹਾਂ, ਸਾਡਾ ਪਰਮੇਸ਼ਰ ਜਿਹਦੀ ਅਸੀਂ ਸੇਵਾ ਕਰਦੇ ਹਾਂ, ਸਾਨੂੰ ਅੱਗੋਂ ਅੱਗ ਦੀ ਬਲਦੀ ਹੋਈ ਭੱਠੀ ਚੋਂ ਛੁਡਾਉਣ ਦੀ ਸ਼ਕਤੀ ਰੱਖਦਾ ਹੈ। ਹਾਲੇਲੂਇਆ ਹਾਲੇਲੂਇਆ ਜਿਸ ਪਰਮੇਸ਼ਵਰ ਦੀ ਅਸੀਂ ਬੰਦਗੀ ਕਰਦੇ ਹਾਂ, ਸਾਨੂੰ ਉਹ ਨੌਕਰੀ ਦੇਣ ਦੀ ਤਾਕਤ, ਰੱਖਦਾ ਹੈ, ਸਾਨੂੰ ਉਹ ਧਨ ਦੇਣ ਦੀ ਤਾਕਤ, ਰੱਖਦਾ ਹੈ, ਸਾਨੂੰ ਬਰਕਤ ਦੇਣ ਦੀ ਤਾਕਤ, ਰੱਖਦਾ ਹੈ। ਸਾਨੂੰ ਕਿਸੇ ਜਾਦੂਗਰ ਦਾ ਜਾਂ ਕਿਸੇ ਬੁੱਤ ਪ੍ਰਸਤ ਦਾ ਆਸਰਾ ਤੱਕਣ ਦੀ ਜ਼ਰੂਰਤ ਨਹੀਂ ਹੈ। ਹਾਲੇਲੂਇਆ ਸਾਨੂੰ ਕਿਸੇ ਜਾਦੂਗਰ ਜਾਂ ਬੁੱਤ ਪ੍ਰਸਤ ਦਾ ਮੂਰਤੀ ਪੂਜਾ ਦਾ ਆਸਰਾ ਤੱਕਣ ਦੀ ਕੋਈ ਜ਼ਰੂਰਤ ਨਹੀਂ ਹੈ। ਅਗਰ ਸਾਡੇ ਦਿਮਾਗ 'ਚ ਐਸਾ ਆ ਗਿਆ ਤੇ ਸਾਡਾ ਪ੍ਰਭੂ ਕਹੇਗਾ ਮੇਰੇ ਜ਼ਖਮ ਫਿਰ ਅੱਲੇ ਹੋ ਰਹੇ ਨੇ, ਮੇਰੇ ਜ਼ਖਮ ਫਿਰ ਦੁਖ ਰਹੇ ਨੇ, ਜਿਸ ਲਈ ਮੈਂ ਕਰੂਸ ਤੇ ਤੁਹਾਡੇ ਲਈ ਦੁੱਖ ਸਿਆਵਾ। ਹਾਲੇਲੂਇਆ ਖੁਦਾ ਸਾਨੂੰ ਨਰਕ ਚੋਂ ਕੱਢਣਾ ਚਾਹੁੰਦਾ ਹੈ, ਲੇਕਿਨ ਅਸੀਂ ਫਿਰ ਨਰਕ 'ਚ ਫਸ ਜਾਂਦੇ ਹਾਂ। ਅਸੀਂ ਪਾਪੀ ਬੰਦੇ ਨਾਲ ਸੁਲਾ ਸਫਾਈ ਕਰਕੇ ਸਵਰਗ ਨਹੀਂ ਜਾ ਸਕਦੇ। ਅਸੀਂ ਪਾਪੀ ਨੂੰ ਧਰਮੀ ਠਹਿਰਾ ਕੇ ਉਹਨੂੰ ਆਪਣੇ ਮਗਰ ਲਾ ਕੇ ਫਿਰ ਹੀ ਸਵਰਗ ਜਾ ਸਕਦੇ ਹਾਂ। ਹਾਲੇਲੂਇਆ ਐ ਵੀ ਨਹੀਂ ਕਿ ਪਹਿਲੇ ਤੇਰੇ ਨਾਲ ਰਲ ਜਾਂਦੇ, ਬਾਅਦ ਚ ਤੂੰ ਮੇਰੇ ਨਾਲ ਰਲ ਜਾ, ਏਦਾਂ ਵੀ ਨਹੀਂ ਹੈ। ਬਾਈਬਲ 'ਚ ਏਦਾਂ ਨਹੀਂ ਲਿਖਿਆ। ਯੂਸਫ ਕਿਸੇ ਨਾਲ ਨਹੀਂ ਰਲਿਆ, ਮੂਸਾ ਕਿਸੇ ਨਾਲ ਨਹੀਂ ਰਲਿਆ, ਅਲੀਸ਼ਾ ਕਿਸੇ ਨਾਲ ਨਹੀਂ ਰਲਿਆ, ਜ਼ਰਮੀਆ ਕਿਸੇ ਨਾਲ ਨਹੀਂ ਰਲਿਆ, ਯਿਸੂ ਨਹੀਂ ਰਲਿਆ ਕਿਸੇ ਨਾਲ। ਸਾਡੇ ਵਾਂਗੂ ਮੁੱਖ ਬਣਾ ਕੇ ਪੜ ਕੇ ਆਇਆ ਸੀ। ਆਮੇਨ ਆਮੇਨ ਹਾਲੇਲੂਇਆ ਹਾਲੇਲੂਇਆ ਸਭ ਨੂੰ ਆਪਣੇ ਮਗਰ ਲਾਇਆ, ਕਿਸ ਦੇ ਮਗਰ ਨਹੀਂ ਲੱਗੇ। ਆਮੀਨ ਆਮੇਨ ਇੱਥੇ ਲਿਖਿਆ ਹੈ ਖੁਦਾ ਦੇ ਪਾਕ ਕਲਾਮ ਦੇ ਵਿੱਚ, ਜੇ ਤੁਸੀਂ ਨਹੀਂ ਤਿਆਰ ਤੇ ਉਸੇ ਟਾਈਮ ਬਲਦੀ ਅੱਗ ਸੁੱਟ ਜਾਓਗੇ। ਕਹਿੰਦੇ ਖੁਦਾ ਸਾਡਾ ਪਰਮੇਸ਼ਰ ਬਾਦਸ਼ਾਹ ਜਿਸ ਦੀ ਅਸੀਂ ਬੰਦਗੀ ਕਰਦੇ ਹਾਂ, ਤੇਰੀ ਭੱਠੀ ਚੋਂ ਬਚਾਉਣ ਦੀ ਸਾਨੂੰ ਤਾਕਤ ਰੱਖਦਾ ਹੈ। ਹਾਲੇਲੂਇਆ ਸਾਡਾ ਪਰਮੇਸ਼ਵਰ ਜਿਸ ਅਸੀਂ ਬੰਦਗੀ ਕਰਦੇ ਹਾਂ, ਉਹ ਤੇਰੀ ਭੱਠੀ ਤੋਂ ਬਚਾਉਣ ਦੀ ਸਾਨੂੰ ਤਾਕਤ ਰੱਖਦਾ। ਸਾਡੇ ਅੰਦਰ ਵੀ ਐਸਾ ਜਜ਼ਬਾ ਜ਼ਰੂਰ ਹੋਣਾ ਚਾਹੀਦਾ, ਜਿਸ ਅਸੀਂ ਖੁਦਾ ਦੀ ਬੰਦਗੀ ਕਰਦੇ ਹਾਂ ਨਾ, ਉਹ ਸਾਨੂੰ ਹਰ ਚੀਜ਼ ਦੇਣ ਦੀ ਤਾਕਤ ਰੱਖਦਾ ਹੈ। ਅਸੀਂ ਲੋਕਾਂ ਨੂੰ ਨਰਕ ਚੋਂ ਕੱਢਣਾ ਹੈ ਕਿ ਉਹਨਾਂ ਨੂੰ ਫਸਾਉਣਾ ਹੈ। ਅਸੀਂ ਲੋਕਾਂ ਨੂੰ ਸੱਚ ਦਾ ਮਾਰਗ ਦੱਸਣਾ ਹੈ ਕਿ ਉਹਨਾਂ ਦੇ ਨਾਲ ਮਿਲਣਾ ਹੈ। ਬਾਈਬਲ ਦੱਸਦੀ ਕਦ ਤੱਕ ਤੁਸੀਂ ਲੰਗੜਾ ਕੇ ਚੱਲੋਗੇ, ਕਦ ਤੱਕ ਤੁਸੀਂ ਦੋ ਖਿਆਲਾਂ ਤੇ ਚੱਲੋਗੇ। ਸਾਡੇ ਤੇ ਖੁਦਾ ਮਤਲਬ ਮਾਣ ਕਰ ਰਿਹਾ ਹੈ। ਉਹ ਚਾਹੁੰਦਾ ਹੈ ਕਿ ਮੈਂ ਉਸ ਤਰ੍ਹਾਂ ਹੀ ਬੋਲਾਂ। ਮੇਰੇ ਅਜ਼ੂਬ ਨੂੰ ਦੇਖਿਆ, ਮੇਰੇ ਅਜ਼ੂਬ ਨੂੰ ਤੁਸੀਂ ਦੇਖੋ, ਜਿੱਥੇ ਜਿੱਥੇ ਰਹਿੰਦੇ ਹੋ, ਇੱਕ ਤੁਹਾਡੇ ਤੇ ਖੁਦਾ ਏਦਾਂ ਦਾਵਾ ਕਰ ਸਕਦਾ ਕਿ ਮੇਰੇ ਭਗਤ ਨੂੰ ਦੇਖਿਆ। ਇਸੇ ਤਰ੍ਹਾਂ ਰਿੰਕੂ ਜੀ ਹੁਣ ਏਦਾਂ ਹੀ ਹੋਵੇ ਕਿ ਮੇਰੇ ਰਿੰਕੂ ਨੂੰ ਦੇਖਿਆ ਹੈ, ਮੇਰੇ ਰਿੰਕੂ ਨੂੰ ਦੇਖਿਆ। ਉਹ ਭਗਤ ਬੰਦਾ ਹੈ, ਉਹ ਟੈਸਟ ਦੀ ਮੈਸ ਨਹੀਂ ਕਰਦਾ ਤੇ ਸ਼ਰਾਬੀ ਤੋਂ ਦੂਰ ਹੀ ਰਹਿੰਦਾ, ਦੂਰ। ਨਫ਼ਰਤ ਪਾਪੀ ਨਾਲ ਮਿਲ ਕੇ ਤੁਸੀਂ ਕੁਛ ਹਾਸਲ ਨਹੀਂ ਕਰ ਸਕਦੇ। ਪਾਪੀ ਜਦੋਂ ਤੁਹਾਨੂੰ ਕਿਤੇ ਕਹਿ ਵੀ ਦੇਵੇ ਨਾ, ਆਇਆ ਯਾਰ ਤੁਹਾਨੂੰ ਗਾਸ਼ ਪੈ ਜਾਓ, ਓਹ ਸੋਰੀ ਮੈਂ ਤੈਨੂੰ ਕੋਈ ਗਲਤ ਕਹਿ ਲਿਆ। ਸ਼ਰਾਬੀ ਤੁਹਾਨੂੰ ਕਹਿ ਦੇ ਨਾ ਪਿਆ ਪੀਲਾ ਘੁੱਟ ਕਿਤੇ ਕੁਝ ਨਹੀਂ ਹੁੰਦਾ, ਕੀ ਹੋ ਜਾਂਦਾ, ਤੁਹਾਨੂੰ ਨਾ ਦੌਰਾ ਪੈ ਜਾਵੇ ਕਿ ਮੈਂ ਇਹ ਗੱਲ ਕਹਿ ਕਿੱਦਾਂ ਲਈ ਹੈ। ਇੰਨੀ ਤੁਹਾਡੇ ਅੰਦਰ ਪਾਵਰ ਹੋਣੀ ਚਾਹੀਦੀ ਹੈ, ਇੰਨੀ ਪਾਵਰ ਹੋਣੀ ਚਾਹੀਦੀ। ਉਹਦਾ ਸ਼ਬਦ ਮੂੰਹ ਚੋਂ ਕਿਵੇਂ ਨਿਕਲ ਗਿਆ। ਮੈਂ ਹੁਣ ਤਾਂ ਬਹੁਤ ਗਾਹ ਲੰਘ ਗਿਆ। ਮੈਂ ਤਾਂ ਵਿਆਹਣ ਗਿਆ, ਕਹਿੰਦੇ ਨਾ ਨੇ ਇਹਨੂੰ ਨਾ ਛੇੜੋ, ਤੇ ਭਗਤ ਜੇ ਇਹ ਕੀ ਆ, ਇਹ ਭਗਤੀ ਨੂੰ ਨਾ ਛੇੜੋ। ਇੱਕ ਨੂੰ ਬੀਬੀਆਂ ਲੱਗ ਪੈਂਦੀਆਂ, ਕੋਈ ਇਧਰੋਂ ਚੂੰਡੀ ਵੱਢ ਕੇ ਧੱਕਾ ਮਾਰ ਪਿਆ, ਕਹਿੰਦੇ ਇਹਨੂੰ ਨਾ ਛੇੜੋ। ਇਹ ਕੌਣ ਆ? ਭਗਤ। ਇਹ ਭਗਤ ਆ। ਭਗਤ ਆਪਣੇ ਆਪ ਨੂੰ ਪਰਮੇਸ਼ਰ ਦਾ ਅਰਪਣ ਕਰਨਾ, ਪਰਮੇਸ਼ਰ ਦਾ ਅਭਿਸ਼ੇਕ ਸਾਡੇ ਵਿੱਚ ਲੋਕਾਂ ਤੱਕ ਪਹੁੰਚੇ। ਹਾਲੇਲੂਇਆ ਹਾਲੇਲੂਇਆ। ਮੈਂ ਦੇਖਿਆ ਕਿ ਜਦੋਂ ਵੀ ਕੋਈ ਵਿਸ਼ਵਾਸੀ ਵੀ ਕਿਤਾਬ ਸ਼ਬਦ ਬੋਲ ਲੈਂਦਾ, ਮੈਨੂੰ ਉਹਨੂੰ ਵੀ ਹੋਰ ਤਰ੍ਹਾਂ ਹੋਣ ਲੱਗ ਪੈਂਦਾ ਵੀ ਪਾਸਟਰ ਜੀ ਨੂੰ ਮੈਂ ਕਹਿ ਲਿਆ ਤਾਂ ਹੁਣ ਅੱਗੋਂ ਕਿੱਦਾਂ ਬੋਲੂਗਾ। ਆਮੀਨ ਆਮੀਨ। ਇਸੇ ਤਰ੍ਹਾਂ ਇੱਕ ਵਿਸ਼ਵਾਸ, ਯਿਸੂ ਮਸੀਹ ਕਹਿੰਦਾ ਜਿਵੇਂ ਮੈਂ ਸੰਪੂਰਨ ਹਾਂ ਤੁਸੀਂ ਸੰਪੂਰਨ ਬਣੋ, ਜਿਵੇਂ ਮੈਂ ਪਵਿੱਤਰ ਹਾਂ ਤੁਸੀਂ ਪਵਿੱਤਰ ਬਣੋ। ਸਾਡੇ ਤੇ ਖੁਦਾ ਨੇ ਆਸਾਂ ਲਾਈਆਂ, ਜੇ ਅਸੀਂ ਉਹਦਾ ਮਾਣ ਨਾ ਰੱਖਾਂਗੇ ਤੇ ਕੌਣ ਰੱਖੇਗਾ। ਝੂਠੇ ਮਸੀਹ ਤੋਂ ਬਚਣ ਦੀ ਕੋਸ਼ਿਸ਼ ਕਰੋ। ਝੂਠੇ ਮਸੀਹ ਨਾ ਬਣੋ, ਸੱਚੇ ਮਸੀਹ ਬਣੋ। ਮਸੀਹ ਜੀਵਨ ਜਿਹੜਾ ਇੱਕ ਬਿਲਕੁਲ ਪਾਕ ਸਾਫ ਜੀਵਨ ਆ। ਮੈਂ ਕਹਾਂਗਾ ਵੀ ਗਲ 'ਚ ਕ੍ਰਾਸ ਪਾਉਣ ਦੇ ਨਾਲ, ਘਰ ਦੀ ਸਲੀਬ ਲਾਉਣ ਦੇ ਨਾਲ, ਬੜਾ ਹੁਲੀਆ ਬਦਨ ਦੇ ਨਾਲ ਅਸੀਂ ਮਸੀਹ ਨਹੀਂ ਬਣ ਜਾਣਾ। ਸਾਡੀ ਜ਼ਿੰਦਗੀ ਵਿੱਚੋਂ ਯਿਸੂ ਦਿਖੇ ਔਰ ਸਾਡੇ ਕੰਮਾਂ ਤੋਂ ਮਸੀਹ ਸਾਡੇ ਵਿੱਚ ਪ੍ਰਗਟ ਹੋਵੇ। ਹਾਲੇਲੂਇਆ 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 ਹਾਲੇਲੂਇਆ। ਮੈਂ ਧੰਨਵਾਦ ਕਰਦਾ ਕਿ ਮੇਰੇ ਨਿਹਾਲੇ ਵਾਲੇ ਮੈਨੂੰ ਪਤਾ ਕਹਿੰਦੇ ਜੱਸੂ ਵਾਲਾ, ਕਹਿੰਦੇ ਕਿਹਦੇ ਵਾਲਾ? ਯਿਸੂ ਵਾਲਾ। ਕਿਹਦੇ ਵਾਲਾ? ਯਿਸੂ ਵਾਲਾ। ਯਿਸੂ ਵਾਲਾ। ਮੈਂ ਧੰਨਵਾਦ ਕਰਦਾ ਖੁਦਾਵੰਦ ਦਾ, ਸ਼ੁਕਰ ਹੈ ਕਿ ਮੈਂ ਯਿਸੂ ਵਾਲਾ ਹਾਂ। ਹਾਲੇਲੂਇਆ ਹਾਲੇਲੂਇਆ। ਔਰ ਧੰਨਵਾਦ ਉਸ ਪਰਮੇਸ਼ਰ ਦਾ ਜਿਸ ਪਰਮੇਸ਼ਰ ਨੇ ਮੇਰੇ ਤੇ ਇਸ ਭੇਤ ਨੂੰ ਖੋਲਿਆ। ਔਰ ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਵੀ ਐਸੇ ਸੱਚੇ ਮਸੀਹ ਬਣੋ ਜਿਨ੍ਹਾਂ ਤੋਂ ਪਰਮੇਸ਼ਵਰ ਗਰਵ ਕਰਦਾ ਹੈ ਤੇ ਖੁਸ਼ ਹੁੰਦਾ ਹੈ। ਹਾਲੇਲੂਇਆ ਹਾਲੇਲੂਇਆ। ਸਾਨੂੰ ਲੈਣ ਵਾਸਤੇ ਆ ਰਿਹਾ
ਔਰ ਜਿੱਥੇ ਵੀ ਸਾਨੂੰ ਉਹਨੇ ਮੁਕਰਰ ਕੀਤਾ ਨਾ, ਐਸਾ ਸਮੱਸਿਆ ਸਾਡੀ ਕੋਈ ਨਹੀਂ ਹੈ, ਜਾਂ ਦਾਨੀਏਲ ਦੀ ਸਮੱਸਿਆ ਹੋਵੇ, ਜਾਂ ਸਾਡੀ ਮੂਸਾ ਵਾਲੀ ਸਮੱਸਿਆ ਹੋਵੇ, ਜਾਂ ਸਾਡੀ ਸਦਕ ਮਿਸਕ ਅਬਦਨ-ਗੂ ਵਾਲੀ ਸਮੱਸਿਆ ਹੋਵੇ, ਇਹੋ ਜਿਹੀ ਸਾਡੀ ਸਮੱਸਿਆ ਕੋਈ ਨਹੀਂ ਆ। ਅਸੀਂ ਤੇ ਆਜ਼ਾਦ ਆ। ਅਸੀਂ ਕੀ ਆ? ਆਜ਼ਾਦ ਆ। ਇਹ ਜਿਹੜੀਆਂ ਬਾਈਬਲ ਚ ਸਾਫ਼ ਲਿਖਿਆ, ਜਦੋਂ ਪੜ੍ਹਦੇ ਆ 32 ਸੂਲ ਦੇ ਜੀ ਦੱਸਦੇ ਆਏ, थर्टी 39 अग पढ़िए। ਅਤੇ ਜੇ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਨਾ ਤੁਰੇ, ਮੇਰੇ ਜੋਗ ਨਹੀਂ। ਜੇ ਕੋਈ ਆਪਣੀ ਸਲੀਬ ਚੁੱਕ ਕੇ, ਯਿਸੂ ਮਸੀਹ ਨੂੰ ਜਾਣ ਲਿਆ ਨਾ, ਕ੍ਰਾਸ ਆਪਣੀ ਮੋਢੇ ਤੇ ਰੱਖਣੀ। ਕ੍ਰਾਸ ਹੈ ਨਾ ਲੱਕੜੀ ਦੀ ਬਣਾ ਕੇ ਤੇ ਮੋਢੇ ਤੇ ਰੱਖ ਲਿਓ, ਜਾਂ ਸੋਨੇ ਦੀ ਗਲ ਚ ਪਾ ਲਓ। ਕ੍ਰਾਸ ਨਹੀਂ ਹੈ। ਕ੍ਰਾਸ ਦਾ ਮਤਲਬ ਹੈ ਆਪਣੀ ਹਰ ਸਮੱਸਿਆ ਨੂੰ ਨਾਲ ਲੈ ਕੇ ਚੱਲਦੇ ਚੱਲਦੇ, ਆਂਦੀ ਆਉਂਦੇ ਹਨ, ਤੂਫਾਨ ਆਉਂਦੇ ਹਨ, ਕੋਈ ਜ਼ਲਜ਼ਲਾ ਆ ਰਿਹਾ ਹੈ, ਕੋਈ ਸਾਨੂੰ ਦੋਸ਼ ਜਾਣ ਰਿਹਾ ਹੈ, ਕੋਈ ਸਾਡੇ ਨਾਲ ਰਿਸ਼ਤਾ ਨਹੀਂ ਅਪਣਾਉਣਾ ਚਾਹੁੰਦਾ, ਕੋਈ ਸਾਡੇ ਤੋਂ ਛੂਟ ਕਰਦਾ ਹੈ। ਸਾਰੀਆਂ ਗੱਲਾਂ ਨੂੰ ਨਾਲ ਲੈਂਦੇ ਹੋਏ ਅੱਗੇ ਵਧਦੇ ਜਾਂਦੇ। ਔਰ ਪਰਮੇਸ਼ਵਰ ਤੁਹਾਨੂੰ ਕੀ ਬਣਾਏਗਾ? ਜਿਵੇਂ ਮਿਸਰ ਦਾ ਰਾਜਾ ਯੂਸਫ ਬਣਿਆ, ਔਰ ਤੁਸੀਂ ਪ੍ਰਭੂ ਯਿਸੂ ਦੇ ਨਾਲ ਸਵਰਗ ਵਿੱਚ ਬੈਠ ਕੇ ਉਹਦੇ ਸਿੰਘਾਸਨ ਦੇ ਸਾਹਮਣੇ ਹੋਵੋਗੇ। ਹਾਲੇਲੂਇਆ, ਹਾਲੇਲੂਇਆ। ਬਹੁਤ ਮਸਲਾ ਬੜਾ ਗੰਭੀਰ ਹੋਵੇਗਾ। ਉਸ ਆਸ ਨੂੰ ਉਹੀ ਲੋਕ ਪ੍ਰਾਪਤ ਕਰ ਸਕਦੇ ਨੇ ਜਿਹੜੇ ਆਪਣੀ ਸਲੀਬ ਚੁੱਕ ਕੇ ਯਿਸੂ ਮਸੀਹ ਦੇ ਪਿੱਛੇ ਜਾਂਦੇ ਨੇ। ਹਾਲੇਲੂਇਆ, 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 ਹਾਲੇਲੂਇਆ। ਉਹਦੇ ਸਾਹਮਣੇ ਸਾਡੀ ਕੋਈ ਨਹੀਂ ਚੱਲਣੀ। ਉੱਥੇ ਐ ਨਹੀਂ ਹੋਣਾ ਜੀ ਮੈਂ ਤਾਂ ਸੀ ਬਸ ਜੀ, ਐਂ ਕਰਕੇ ਜੀ, ਐ ਉਹ ਕੋਈ ਨਹੀਂ। ਮੇਰੇ ਲਈ ਕੀ ਕੀਤਾ? ਮੇਰੇ ਲਈ ਕੀ ਕੀਤਾ? ਕਹਿੰਦਾ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਆਵੇ। ਹਾਂ, ਜਿਸ ਕਿਸੇ ਨੇ ਆਪਣੀ ਜਾਨ ਲੱਭ ਲਈ ਉਹ ਉਸ ਨੂੰ ਗਵਾਵੇਗਾ। ਜਿਸ ਕਿਸੇ ਨੇ ਆਪਣੀ ਜਾਨ ਲੱਭ ਲਈ, ਕਈ ਵਾਰੀ ਕਹਿੰਦੇ ਮੈਂ ਬਹੁਤ ਵੱਡੀ ਪਦਵੀ ਵਾਲੇ, ਕਹਿੰਦਾ ਆਪਣੀ ਜਾਨ ਗਵਾ ਲੇਗਾ। ਅਤੇ ਜਿਸ ਕਿਸੇ ਨੇ ਮੇਰੇ ਲਈ ਆਪਣੀ ਜਾਨ ਗਵਾਈ ਹੈ ਉਹ ਉਸ ਨੂੰ ਲੱਭ ਲਵੇਗਾ। ਜਿਸ ਕਿਸੇ ਨੇ ਮੇਰੇ ਲਈ ਆਪਣੀ ਜਾਨ ਗਵਾ ਦਿੱਤੀ ਹੈ ਉਸ ਨੂੰ ਲੱਭ ਲਵੇਗਾ। ਹਾਲੇਲੂਇਆ, 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 ਹਾਲੇਲੂਇਆ। ਮੈਨੂੰ ਬਹੁਤ ਕਹਿੰਦੇ ਨੇ ਤੁਸੀਂ ਨਹੀਂ ਤਿਆਰੀ ਤੁਰੀ ਕਰਦੇ ਉੱਧਰ ਜਾਣ ਦੀ, ਪਾਸਪੋਰਟ ਬਣਾਉਣ ਦੀ। ਮੈਂ ਵੀ ਮੇਰਾ ਪਾਸ ਰੱਬ ਨੇ ਇੱਧਰ ਦਾ ਵਧੀਆ ਬਣਾਇਆ। ਬੋਲੋ ਯਿਸੂ ਦੇ ਨਾਮ ਕੀ ਜੈ। ਹਾਲੇਲੂਇਆ, ਹਾਲੇਲੂਇਆ। ਮੇਰਾ ਪਾਸ ਵਧੀਆ ਪਰਮੇਸ਼ਰ ਨੇ ਬਣਾਇਆ, ਔਰ ਮੈਨੂੰ ਖੁਦਾ ਨੇ ਜੋ ਸੇਵਾ ਬਖਸ਼ੀ ਹੈ ਮੈਂ ਉਹਦੇ ਵਿੱਚ ਪੂਰਾ ਮਗਨ ਹਾਂ, ਪੂਰਾ ਖੁਸ਼ ਹਾਂ, ਪੂਰਾ ਸੰਤੁਸ਼ਟ ਹਾਂ। ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਹਾਲੇਲੂਇਆ, ਹਾਲੇਲੂਇਆ। ਜਦ ਅਸੀਂ ਪਰਮੇਸ਼ਰ ਦੇ ਵਚਨ ਨੂੰ ਪੂਰੇ ਕਰਦੇ ਜਾਵਾਂਗੇ, ਔਰ ਖੁਦਾ ਸਾਨੂੰ ਕਿਸੇ ਚੀਜ਼ ਤੋਂ ਮੁਹਤਾਜ ਨਹੀਂ ਰਹਿਣ ਦੇਵੇਗਾ, ਔਰ ਕਿਸੇ ਚੀਜ਼ ਤੋਂ ਥੋੜਾ ਨਹੀਂ ਰਹਿਣ ਦੇਵੇਗਾ। ਕਹਿੰਦਾ ਸ਼ੇਰ ਬੱਚੇ ਨੂੰ ਭੁੱਖ ਲੱਗਦੀ, ਘਾਟਾ ਪੈਂਦਾ, ਪਰ ਮੇਰੇ ਤਾਲਬ ਕਿਸੇ ਚੰਗੀ ਵਸਤੂ ਥੋੜੇ नहीं रहने। आमीन। खुदा बहुत सारी बरकत दे। आमीन। अपने पैरों से खड़े हो।